ਸੁੱਖਾ ਮਿਰਚਾ ਤਿਆਰ ਕਰ, ਲਿਆਏ ਗੁਲਾਬਾ ਪਾਸ। ਪੂਰ ਕਟੋਰਾ ਅਗਰ ਧਰ, ਗੁਰ ਉਠਾਏ ਤ੍ਰਿਖ ਨਾਸ਼। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਜੁੜ ਬੈਠੇ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਵਿੱਤਰ ਪਾਵਨ ਚਰਨ ਛੋਹ ਪ੍ਰਾਪਤ ਇਤਿਹਾਸਕ ਅਸਥਾਨ ਤੇ ਹਾਜ਼ਰੀਆਂ ਭਰ ਕੇ ਕਲਗੀਧਰ ਪੰਥ ਦੇ ਵਾਲੀ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਤਿਨਾਂ ਦੇ ਪਾਵਨ ਪਵਿੱਤਰ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਬਹੁਤ ਹੀ ਆਦਬ ਸਤਿਕਾਰ ਤੇ ਸ਼ਰਧਾ ਸਹਿਤ ਆਪ ਜੀ ਸਰਵਣ ਕਰ ਰਹੇ। ਕਲਗੀਆਂ ਵਾਲੇ ਪਾਤਸ਼ਾਹ ਜੀ ਮਹਾਰਾਜ ਸ੍ਰੀ ਚਮਕੌਰ ਸਾਹਿਬ ਤੋਂ ਚੱਲ ਕੇ ਮਾਛੀਵਾੜੇ ਦੇ ਜੰਗਲਾਂ ਚੋਂ ਹੁੰਦਿਆਂ ਮਾਛੀਵਾੜੇ ਇੱਕ ਬਾਗ ਵਿੱਚ ਇੱਕ ਬਗੀਚੇ 'ਚ ਪਹੁੰਚੇ ਨੇ। ਟਿੰਡ ਦਾ ਸਰਾਣਾ ਲਾ ਕੇ ਪਾਰ ਬ੍ਰਹਮ ਪਰਮੇਸ਼ਰ ਦੇ ਸ਼ੁਕਰ 'ਚ ਭਿੱਜੇ ਹੋਏ ਨੇ। ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ ਔਰ ਭਾਈ ਮਾਨ ਸਿੰਘ ਜੀ ਸਤਿਗੁਰਾਂ ਦੇ ਕਹਿਣ ਮੁਤਾਬਕ ਤਾਰਿਆਂ ਦੀ ਸੇਧ ਨਾਲ ਚੱਲੇ ਸੀ। ਉਹਨਾਂ ਸੇਧਾਂ ਦੇ ਨਾਲ ਚਲਦਿਆਂ ਚਲਦਿਆਂ ਉੱਥੇ ਹੀ ਆ ਪਹੁੰਚੇ ਜਿੱਥੇ ਕਲਗੀਧਰ ਜੀ ਬਿਰਾਜਮਾਨ ਨੇ। ਨਕਸ਼ੇ ਦਾ ਕਿੱਡਾ ਵੱਡਾ ਭਾਰੀ ਗਿਆਨ ਮੇਰੇ ਸਤਿਗੁਰਾਂ ਦੇ ਹਿਰਦੇ ਵਿੱਚ ਹੈ ਕਿ ਚਮਕੌਰ ਸਾਹਿਬ ਤੋਂ ਚੱਲਣ ਵੇਲੇ ਦੱਸਿਆ ਸੀ ਕਿ ਇਹ ਜਿਹੜੇ ਤਾਰੇ ਨੇ ਇਹਨਾਂ ਦੀ ਸੇਧ 'ਚ ਆਇਓ ਚੱਲ ਕੇ। ਸਵੇਰ ਤੱਕ ਜਦੋਂ ਤੁਸੀਂ ਚੱਲ ਕੇ ਆਓਗੇ ਸਾਨੂੰ ਮਿਲ ਜਾਓਗੇ। ਦਇਆਨੰਦ ਸੁਆਮੀ ਜੀ ਦੇ ਆ ਕੇ ਤਿੰਨਾਂ ਸਿੰਘਾਂ ਨੇ ਦਰਸ਼ਨ ਕੀਤੇ। ਸਤਿਗੁਰਾਂ ਦੇ ਚਰਨ ਸਪਰਸ਼ ਕਰਕੇ ਗੁਰਦੇਵ ਜੀ ਜਾਗਰਤ ਅਵਸਥਾ ਵਿੱਚ ਆਏ ਨੇ। ਸਿੱਖਾਂ ਨੇ ਦਰਸ਼ਨ ਦਿਦਾਰੇ ਕੀਤੇ ਹਨ। ਉਧਰੋਂ ਗੁਲਾਬਾ ਜੋ ਗੁਰੂ ਘਰ ਦਾ ਮਸੰਦ ਹੈ, ਸਿੱਖ ਹੈ, ਉਹ ਵੀ ਚੱਲ ਕੇ ਮਹਾਰਾਜ ਜੀ ਦੇ ਚਰਨਾਂ 'ਚ ਪੁੱਜਾ। ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਜੀ ਦੀ ਅੰਮ੍ਰਿਤ ਕਥਾ ਸਰਵਣ ਕਰੀਏ। ਕਲਗੀਆਂ ਵਾਲੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ 'ਚ ਧਾਰਨ ਕਰਦਿਆਂ ਆਪਣੇ ਜੀਵਨ ਤੇ ਰਸਨਾ ਦੇ ਕਲਿਆਣ ਨਿਮਿਤ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸੁੱਖਾ ਮਿਰਚਾਂ ਤਿਆਰ ਕਰ, ਲਿਆਏ ਗੁਲਾਬਾ ਪਾਸ। ਭਾਈ ਸਾਹਿਬ ਭਾਈ ਗੁਲਾਬਾ ਜੀ ਸ਼ਰਦਾਈ ਬਦਾਮ ਵਗੈਰਾ ਕਾਲੀਆਂ ਮਿਰਚਾਂ ਪਾ ਕੇ ਉਹਦੀ ਸ਼ਰਦਾਈ ਰਗੜ ਕੇ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਕੋਲ ਲੈ ਕੇ ਆਏ। ਪੂਰ ਕਟੋਰਾ ਅਗਰ ਧਰ, ਗੁਰ ਉਠਾਏ ਤ੍ਰਿਖ ਨਾਸ਼। ਦੇਗਾਂ ਦਾ ਕਟੋਰਾ ਭਰ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਨਮੁਖ ਰੱਖਿਆ। ਕਲਗੀਧਰ ਜੀ ਨੇ ਸ਼ਰਦਾਈ ਦਾ ਦੇਗਾਂ ਦਾ ਉਹ ਕਟੋਰਾ ਛਕਿਆ, ਕਿਉਂਕਿ ਪਿਛਲੇ 2-3 ਦਿਨਾਂ ਤੋਂ ਨੀਂਦਰੇ ਨੇ, ਭੋਜਨ ਨਹੀਂ ਛਕਿਆ।
ਅੰਦਰ ਗਰਮੀ ਪੈ ਚੁੱਕੀ ਸੀ। ਜਦੋਂ ਜਾਗਦੇ ਰਹੀਏ, ਨੀਂਦ ਨਾ ਪੂਰੀ ਹੋਵੇ, 2-3 ਦਿਨ ਬੀਤ ਗਏ ਹੋਣ, ਭੋਜਨ ਵੀ ਨਾ ਛਕਿਆ ਹੋਵੇ, ਤੋ ਸੁਭਾਵਕ ਹੈ ਪੇਟ ਦੇ ਵਿੱਚ ਜਿਹੜੀ ਪਿੱਤ ਹੈ, ਗਰਮੀ ਹੈ, ਉਹ ਵੱਧ ਜਾਂਦੀ ਹੈ। ਉਹ ਨੀਂਦਰੇ ਰਹਿਣ ਨਾਲ ਜਿਹੜੀ ਆ ਉਹ ਸਰੀਰ ਦੀ ਪਿੱਤ ਵੱਧ ਜਾਂਦੀ ਹੈ। ਉਸ ਪਿੱਤ ਨੂੰ ਸ਼ਾਂਤ ਕਰਨ ਵਾਸਤੇ ਇਹ ਜਿਹੜੀ ਸ਼ਰਦਾਈ ਹੈ ਬੜਾ ਕੰਮ ਕਰਦੀ ਹੈ। ਇਸ ਕਰਕੇ ਭਾਈ ਗੁਲਾਬਾ ਜੀ ਜਿਹੜੀ ਉਹ ਸ਼ਰਦਾਈ ਲਿਆਏ ਨੇ, ਉਹਦਾ ਇੱਕ ਬਾਟਾ ਭਰ ਕੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਛਕਿਆ। ਪਿਆਸੇ ਵੀ ਸੀ ਤੇ ਸਰੀਰ ਦੀ ਜਿਹੜੀ ਪਿੱਤ ਗਰਮੀ ਵਧੀ ਹੋਈ ਸੀ, ਉਸ ਨੂੰ ਸ਼ਾਂਤ ਕੀਤਾ ਹੈ। ਨਿਸ਼ਾਨੀ ਛੰਦ ਸਰਦ ਨੀਰ ਬਰ ਪਾਨ ਤੇ ਸਭ ਪਿਆਸ ਬਿਨਾਸ਼ੀ। ਭਾਵੇਂ ਕਿ ਸਰਦੀਆਂ ਦੇ ਦਿਨ ਨੇ, ਪੋਹ ਦਾ ਮਹੀਨਾ ਸੀ, ਪਰ ਜਦੋਂ 2 ਦਿਨਾਂ ਤੋਂ ਜਾਗਦੇ ਹੋਈਏ ਤੇ ਸਾਰੇ ਰਾਤ ਸਾਰੀ ਚਲਦੇ ਆਏ ਨੇ, ਦਿਨ ਦਾ ਪੈਂਡਾ ਸਾਰਾ ਤੈਅ ਕਰਦੇ ਆਏ ਨੇ, ਰਸਤੇ 'ਚ ਜਲ ਨਹੀਂ ਸੀ ਛਕਿਆ। ਤੋ ਸਰਦ ਜਲ ਹੈ, ਉਹਦੇ ਵਿੱਚ ਉਹ ਮਹਾਰਾਜ ਜੀ ਨੇ ਛਕਿਆ। ਜਿਹੜੀ ਰਾਹ ਦੇ ਵਿੱਚ ਆਉਂਦਿਆਂ ਪਿਆਸ ਸੀ, ਉਹ ਪਿਆਸ ਮਹਾਰਾਜ ਜੀ ਨੇ ਬੁਝਾਈ ਹੈ। ਔਰ ਆਨੰਦ ਕਹੁ ਮਾਨ ਕਰ ਉਠ ਚਹਿਓ ਪਿਆਨਾ। ਸਤਿਗੁਰੂ ਜੀ ਨੇ ਜਦੋਂ ਦੇਗਾਂ ਛਕ ਲਈਆਂ, ਸ਼ਰਦਾਈ ਛਕ ਲਈ, ਛਕ ਕੇ ਮਹਾਰਾਜ ਜੀ ਬੜੇ ਆਨੰਦਿਤ ਹੋਏ। ਪੇਟ ਦੀ ਜਿਹੜੀ ਗਰਮੀ ਇੱਕਦਮ ਸ਼ਾਂਤ ਹੋ ਗਈ ਜਦੋਂ ਠੰਡਾ ਠੰਡਾ ਜਲ ਛਕਿਆ ਸ਼ਰਦਾਈ ਦਾ, ਤੋ ਬੜਾ ਆਨੰਦ ਵਰਤ ਗਿਆ ਪੇਟ ਦੇ ਵਿੱਚ। ਸਤਿਗੁਰੂ ਜੀ ਹੁਣ ਉੱਠ ਕੇ ਇੱਥੋਂ ਚੱਲਣਾ ਚਾਹੁੰਦੇ ਹਨ। ਚਰਨ ਫਾਲ ਰੇ ਬਹੁ ਪਰੇ ਦੈ ਖੇਦ ਮਹਾਨਾ। ਉੱਠ ਕੇ ਚੱਲਣ ਲੱਗੇ, ਪਰ ਚਰਨਾਂ ਦੇ ਵਿੱਚ ਜਿਹੜੇ ਛਾਲੇ ਪਏ ਹੋਏ ਸੀ ਉਹਨਾਂ ਨੇ ਉੱਠਣ ਨਹੀਂ ਦਿੱਤਾ। ਕਲਗੀਧਰ ਜੀ ਦੇ ਚਰਨਾਂ ਵਿੱਚ ਛਾਲੇ ਸਨ, ਦੂਰੋਂ ਚੱਲ ਕੇ ਆਏ ਨੇ, ਪੈਰਾਂ ਵਿੱਚ ਚਰਨਾਂ 'ਚ ਛਾਲੇ ਨੇ। ਉਹ ਚਰਨਾਂ ਦੇ ਜਿਹੜੇ ਫਲੂਏ ਨੇ, ਛਾਲੇ ਨੇ, ਉਹਨਾਂ ਨੇ ਸਤਿਗੁਰਾਂ ਨੂੰ ਉੱਠ ਕੇ ਚੱਲਣ ਨਹੀਂ ਦਿੱਤਾ। ਉਹ ਬੜਾ ਖੇਦ ਦੇ ਰਹੇ ਹਨ। ਮਾਨ ਸਿੰਘ ਬਲਵੰਤ ਤਬ ਬਲ ਸਾਥ ਉਠਾਏ। ਭਾਈ ਮਾਨ ਸਿੰਘ ਜੀ, ਨਿਹੰਗ ਸਿੰਘ, ਕਲਗੀਧਰ ਪਾਤਸ਼ਾਹ ਜੀ ਨੂੰ ਜਦੋਂ ਉਹਨਾਂ ਨੇ ਵੇਖਿਆ ਕਿ ਚਰਨਾਂ ਦੇ ਛਾਲੇ ਖੇਦ ਦਿੰਦੇ, ਉਹ ਬੜੇ ਬਲੀ ਸੀ ਭਾਈ ਮਾਨ ਸਿੰਘ ਜੀ, ਤੇ ਕਲਗੀਧਰ ਜੀ ਦਾ ਵੀ ਜੁੱਸਾ ਸਰੀਰ ਦਾ ਬੜਾ ਬਲਵਾਨ ਸੀ। ਤੋ ਭਾਈ ਮਾਨ ਸਿੰਘ ਜੀ ਨੇ ਸਹਾਰਾ ਦੇ ਕੇ ਕਲਗੀਧਰ ਜੀ ਨੂੰ ਉਠਾਇਆ। ਆਪਣੇ ਮੋਢੇ ਦਾ ਸਹਾਰਾ ਦੇ ਕੇ ਬਾਂਹ ਤੋਂ ਮਹਾਰਾਜ ਜੀ ਦੇ ਪਕੜ ਕੇ ਭਾਈ ਮਾਨ ਸਿੰਘ ਜੀ ਨੇ ਕਲਗੀਧਰ ਪਾਤਸ਼ਾਹ ਜੀ ਨੂੰ ਉਠਾਇਆ। ਵੇਖੋ ਕੈਸੀ ਲੀਲਾ ਹੈ। ਆਪਣੇ ਸਿੱਖਾਂ ਨੂੰ ਆਸਰਾ ਦੇਣ ਵਾਲੇ ਸਤਿਗੁਰੂ ਅੱਜ ਆਪਣੇ ਸਿੱਖ ਦੇ ਆਸਰੇ ਉੱਠ ਕੇ ਖਲੋ ਰਹੇ ਨੇ, ਕਿਉਂਕਿ ਸਿੱਖ ਵਿੱਚ ਵੀ ਗੁਰੂ ਵਰਤਦਾ ਹੈ। ਸਿੱਖ ਤੇ ਗੁਰੂ 'ਚ ਭੇਦ ਹੀ ਨਹੀਂ। ਇਹ ਭਾਈ ਮਾਨ ਸਿੰਘ ਵਰਗੇ ਜਿਹੜੇ ਸਿੰਘ ਨੇ, ਉਹ ਨੇ ਜਿਹੜੇ ਕਲਗੀਧਰ ਪਾਤਸ਼ਾਹ ਦਾ ਰੂਪ ਹੀ ਹੋ ਚੁੱਕੇ ਹਨ। ਭਾਈ ਮਾਨ ਸਿੰਘ ਜੀ ਜੋ ਬੜੇ ਬਲਵੰਤ ਬਲਵਾਨ ਨੇ, ਉਹਨਾਂ ਨੇ ਬਲ ਨਾਲ ਸਤਿਗੁਰੂ ਜੀ ਨੂੰ ਉਠਾਇਆ। ਗਏ ਸੋਚ ਹਿਤ ਕਰਨ ਕੇ ਤਟ ਸਲਤਾ ਥਾਏ। ਨੇੜੇ ਇੱਕ ਝੀਲ ਸੀ। ਸਤਿਗੁਰੂ ਜੀ ਸਰੀਰ ਦੀ ਜਿਹੜੀ ਕਿਰਿਆ ਉਹ ਸੋਧਣ ਲਈ ਉਸ ਪਾਸੇ ਗਏ ਨੇ। ਸਵੇਰ ਦਾ ਸਮਾਂ ਸੀ, ਤੋ ਸਰੀਰ ਦੀ ਕਿਰਿਆ ਸੋਧਣ ਵਾਸਤੇ ਝੀਲ ਦੇ ਕਿਨਾਰੇ ਵੱਲ ਗਏ। ਬੜੀ ਝੀਲ ਬੇਲਾ ਖਰਿਓ ਨਹਿ ਤਿਗਤ ਨਜੀਕਾ। ਬਹੁਤ ਵੱਡੀ ਝੀਲ ਹੈ, ਤਲਾਬ ਜਿਹਾ ਜਿਵੇਂ ਹੁੰਦਾ, ਨੇੜੇ ਤੇੜੇ ਬੇਲਾ ਖੜਾ ਹੈ ਤੇ ਨੇੜੇ ਤੇੜੇ ਕੁਝ ਨਜ਼ਰ ਵੀ ਨਹੀਂ ਆਉਂਦਾ। ਕਹਾ ਪਟੇਰਾ ਆਦ ਤ੍ਰਿਣ ਸੰਗਨ ਤੇ ਨੀਕਾ। ਜਿਵੇਂ ਆਮ ਝੀਲਾਂ ਦੇ ਕੰਢਿਆਂ ਤੇ, ਛੱਪੜਾਂ ਦੇ ਜਾਂ ਦਰਿਆਵਾਂ ਦੇ ਕੰਢਿਆਂ ਤੇ ਘਾਹ ਤੇ ਪਟੇਰਾ ਹੁੰਦਾ ਲੰਮਾ ਜਿਹਾ, ਉਹ ਖੜਾ ਹੋਇਆ ਚਾਰੇ ਪਾਸੇ, ਬੜਾ ਸੰਘਣਾ ਹੈ। ਪ੍ਰਭ ਛੇ ਜਾਏ ਮਝਾਰ ਤੇ ਕਰ ਸੋਚ ਪਿਆਨੇ। ਉਸ ਪਟੇਰੇ ਵਿੱਚ ਜਿਹੜਾ ਉਹ ਸੰਘਣਾ ਘਾਹ ਸੀ, ਉਹਦੇ ਚ ਸਤਿਗੁਰੂ ਜੀ ਪ੍ਰਵੇਸ਼ ਕਰ ਗਏ। ਜਾ ਕੇ ਸਰੀਰ ਦੀ ਕਿਰਿਆ ਸੋਧੀ, ਸੌਚ ਕੀਤਾ। ਉਪਬਨ ਕੋ ਆਵਨ ਲੱਗੇ ਤ੍ਰਿਣ ਚੀਰ ਮਹਾਨੇ। ਜਲ ਪਾਣੀ ਵਰਤਿਆ। ਸਤਿਗੁਰੂ ਜੀ ਵਾਪਸ ਬਾਗ ਵੱਲ ਆਉਣ ਲੱਗੇ, ਜਿੱਥੇ ਬਾਗ ਚ ਉਤਰੇ ਸੀ ਨਾ ਕਲਗੀਧਰ ਜੀ ਮਾਛੀਵਾੜੇ। ਉਸ ਬਾਗ ਵੱਲ ਜਦੋਂ ਆਉਣ ਲੱਗੇ, ਸਤਿਗੁਰਾਂ ਦੇ ਸਰੀਰ ਤੇ ਬਸਤਰ ਬੜੇ ਬਹੁਮੁੱਲੇ ਨੇ। ਕਲਗੀਧਰ ਜੀ ਨੇ ਜਿਹੜੀ ਲਿਬਾਸ, ਜਿਹੜਾ ਚੋਲਾ ਸਰੀਰ ਤੇ ਪਾਇਆ, ਉਹ ਬੜਾ ਕੀਮਤੀ ਹੈ। ਬਾਦਸ਼ਾਹਾਂ ਦੀ
ਜਿਵੇਂ ਆਭਾ ਹੁੰਦੀ ਹੈ ਏਦਾਂ ਦੀ ਆਭਾ ਦਿਸਦੀ ਹੈ। ਤਹ ਮਹਿਖੀ ਚਾਰਤ ਫਿਰਤ ਇੱਕ ਮੂਰਖ ਮਾਈ। ਉੱਥੇ ਹੀ ਕੰਢੇ ਤੇ ਇੱਕ ਮੱਝਾਂ ਚਾਰਦਾ ਸੀ, ਮਾਈ ਕਹਿੰਦੇ ਉਹਨੂੰ। ਮਾਹੀ ਦਾ ਮਤਲਬ ਹੁੰਦਾ ਮਈਆਂ ਚਾਰਨ ਵਾਲਾ। ਕੋਈ ਮੂਰਖ ਮੱਤ ਵਾਲਾ ਸੀ, ਉਹ ਮੱਝਾਂ ਚਾਰਦਾ ਸੀ ਉੱਥੇ ਬੇਲੇ ਦੇ ਕੰਢੇ ਕੰਢੇ। ਆਵਤ ਗੁਰੂ ਬਿਲੋਕ ਤਿਸ ਬਿਸਮਿਓ ਮਨ ਮਾਹੀ। ਉਹਨੇ ਜਦੋਂ ਕਲਗੀਧਰ ਜੀ ਨੂੰ ਵੇਖਿਆ ਨਾ ਆਉਂਦਿਆਂ, ਮਹਾਰਾਜ ਜੀ ਝਾੜਜੇ ਦੇ ਵਿੱਚੋਂ ਜਦੋਂ ਕਿਰਿਆ ਸੋਧ ਕੇ ਸਰੀਰ ਦੀ ਬਾਹਰ ਆਏ ਤੇ ਉਸ ਮਾਈ ਦੀ ਨਿਗਾਹ ਮਹਾਰਾਜ ਕਲਗੀਧਰ ਜੀ ਤੇ ਪੈ ਗਈ। ਉਹਨੇ ਸਤਿਗੁਰਾਂ ਨੂੰ ਵੇਖਿਆ, ਮਨ ਜਾਣੀ ਇਹ ਸਿੰਘ ਹੈ ਤਦ ਚਲੇ ਲੜਾਈ। ਉਹਨੂੰ ਇਹ ਨਹੀਂ ਸੀ ਪਤਾ ਕਿ ਗੁਰੂ ਜੀ ਨੇ। ਉਹਨੇ ਸੋਚਿਆ ਵੀ ਕੋਈ ਸਿੰਘ ਹੈ ਕਿ ਜੰਗ ਦੀ ਲੜਾਈ ਜਿਹੜੀ ਚਮਕੌਰ ਸਾਹਿਬ ਹੋਈ ਹੈ ਉਹਨੂੰ ਛੱਡ ਕੇ ਆਏ ਨੇ, ਉਹਦੇ ਵਿੱਚੋਂ ਇਹ ਨਿਕਲ ਕੇ ਆਏ ਨੇ। ਉਹਨੂੰ ਇਹ ਨਹੀਂ ਸੀ ਪਤਾ ਵੀ ਇਹ ਗੁਰੂ ਜੀ ਨੇ। ਉਹਨੇ ਸੋਚਿਆ ਕੋਈ ਸਿੰਘ ਹੈ ਜਿਹੜਾ ਜੰਗ ਦਾ ਮੈਦਾਨ ਛੱਡ ਕੇ ਜਾ ਰਿਹਾ ਹੈ। ਮੈਂ ਅਬ ਕਰਾਂ ਪੁਕਾਰ ਕੋ ਦੇਹੋਂ ਪਕਰਾਈ। ਆਲੇ ਦੁਆਲੇ ਫੌਜਾਂ ਦੌੜੀਆਂ ਫਿਰਦੀਆਂ ਸੀ ਲੱਭਣ ਲਈ ਸਤਿਗੁਰਾਂ ਨੂੰ। ਉਹ ਮੂਰਖ ਮਾਈ ਨੇ ਸੋਚਿਆ ਕਿ ਮੈਂ ਉੱਚੀ ਜੀ ਰੌਲਾ ਪਾਵਾਂ ਤੇ ਇਹਨਾਂ ਨੂੰ ਫੜਾ ਦਿਆਂ। ਕੋਈ ਸਿੰਘ ਹੈ ਤੇ ਉੱਚਾ ਜਿਹਾ ਰੌਲਾ ਪਾਵਾਂ, ਆਲੇ ਦੁਆਲੇ ਹਰਿਆਊ ਦਸਤੇ ਜਿਹੜੇ ਸੀ ਫੌਜਾਂ ਦੇ ਸਿਪਾਹੀਆਂ ਦੇ ਫਿਰਦੇ ਸੀ। ਇਹਨੇ ਆਖਿਆ ਵੀ ਰੌਲਾ ਪਾ ਕੇ ਤੇ ਇਹਨਾਂ ਨੂੰ ਫੜਾ ਦਿਆਂਗਾ ਤੇ ਮੈਨੂੰ ਇਨਾਮ ਮਿਲੇਗਾ। ਇਮ ਨਿਸਚੈ ਕਰਿਓ ਚਤੁਨ ਮੁਖ ਬਾਕ ਪੁਕਾਰਾ। ਏਦਾਂ ਨਿਸ਼ਚੈ ਕਰਕੇ ਉੱਚੀ ਆਵਾਜ਼ ਵਿੱਚ ਇਹਨੇ ਆਵਾਜ਼ ਮਾਰੀ, ਬੋਲਿਆ, ਕਹਿੰਦਾ ਜੀ ਸਾਵਧਾਨ, ਹੋਸ਼ਿਆਰ ਹੈ ਕੋਈ ਇੱਥੇ ਇੱਕ ਸਿੰਘ ਫਿਰਦਾ। ਏਦਾਂ ਉੱਚੀ ਆਵਾਜ਼ ਦੇ ਵਿੱਚ ਇਹਨੇ ਪੁਕਾਰ ਕੀਤੀ, ਰੌਲਾ ਪਾਇਆ। ਸਿੰਘ ਪਲਾਏ ਜਾਤ ਹੈ ਇਹ ਝੀਲ ਮਝਾਰਾ। ਕਹਿੰਦਾ ਇਸ ਝੀਲ ਦੇ ਕੋਲੋਂ ਇੱਕ ਸਿੰਘ ਦੌੜਿਆ ਜਾ ਰਿਹਾ, ਭੱਜਿਆ ਜਾ ਰਿਹਾ, ਹੈ ਕੋਈ ਆ ਕੇ ਇਹਨੂੰ ਫੜ ਲਵੇ। ਏਦਾਂ ਉੱਚੀ ਉੱਚੀ ਆਵਾਜ਼ ਦੇ ਵਿੱਚ ਮੂਰਖ ਮਾਈ ਬੋਲਿਆ। ਸ਼੍ਰੀ ਗੁਰ ਬੋਲੇ ਧਰਮ ਸਿੰਘ ਇਹ ਜਾਣ ਨਾ ਪਾਵੇ। ਮਹਾਰਾਜ ਜੀ ਕਹਿਣ ਲੱਗੇ, ਧਰਮ ਸਿੰਘ ਇਹ ਰੌਲਾ ਪਾ ਕੇ ਦੌੜ ਕੇ ਜਾਏਗਾ, ਵੇਖਿਓ ਕਿਤੇ ਦੌੜ ਨਾ ਜਾਏ, ਕਾਬੂ ਕਰ ਲੋ ਇਹਨੂੰ। ਮਹਾਰਾਜ ਜੀ ਕਹਿੰਦੇ ਵੇਖਿਓ ਕਿਤੇ ਨੱਠ ਨਾ ਜਾਏ ਧਰਮ ਸਿੰਘ ਜੀ, ਕਿਉਂਕਿ ਜੇ ਨੱਠ ਕੇ ਗਿਆ ਤੇ ਰੌਲਾ ਪਾਵੇਗਾ, ਇਹ ਸ਼ੋਰ ਪਾਵੇਗਾ, ਇਹ ਜਾ ਨਾ ਸਕੇ। ਕਹਿਆ ਨਹੁ ਮਤ ਮੰਦ ਕੋ ਨਹਿਰੋਰੀ ਉਠਾਵੇ। ਇਸ ਮੂਰਖ ਮਤ ਵਾਲੇ ਨੂੰ ਫੜ ਕੇ ਲੈ ਆਓ ਸਾਡੇ ਕੋਲ, ਇਹ ਰੌਲਾ ਨਾ ਪਾਵੇ। ਸੁਣ ਕੇ ਹਰ ਸਮ ਬੇਗ ਕਰ ਪਕੜਿਓ ਤਤਕਾਲਾ। ਇਹ ਹਲੇ ਦੌੜ ਨਹੀਂ ਲੱਗਾ ਸੀ ਮਾਈ ਤੇ ਭਾਈ ਧਰਮ ਸਿੰਘ ਨੇ ਜਿਵੇਂ ਸ਼ੇਰ ਝਪਟ ਮਾਰਦਾ ਨਾ, ਦੌੜ ਕੇ ਗਏ ਕਾਲੀ ਨਾਲ, ਜਾ ਕੇ ਇਹਨੂੰ ਮਾਈ ਨੂੰ ਕਾਬੂ ਕਰ ਲਿਆ, ਪਕੜ ਲਿਆ ਇਹਦੀਆਂ ਬਾਹਾਂ ਤੋਂ। ਆਨਿਓ ਸਤਿਗੁਰ ਕੇ ਨਿਕਟ ਡਰ ਗਇਓ ਬਿਸਾਲਾ। ਇਹਨੂੰ ਫੜ ਕੇ ਧਰਮ ਸਿੰਘ ਜੀ ਸਤਿਗੁਰਾਂ ਕੋਲ ਲੈ ਆਏ। ਇਹ ਬੜਾ ਡਰ ਗਿਆ। ਧਰਮ ਸਿੰਘ ਨੇ ਵੀ ਘੂਰ ਕੱਪੀ ਕੀਤੀ ਵੀ ਹੁਣ ਪਾ ਰੌਲਾ, ਬੋਲ। ਸਿਪਾਹੀ ਤਾਂ ਖਰੇ ਕਦੋਂ ਆਉਣਗੇ, ਪਹਿਲਾਂ ਹੀ ਤੇਰਾ ਨਾ ਕੀਰਤਨ ਸੋਹਿਲਾ ਪੜਿਆ ਤਾਂ ਮੈਨੂੰ ਗੁਰੂ ਕਾ ਸਿੰਘ ਨਾ ਆਖੀ, ਬੋਲ ਹੁਣ। ਇਹ ਡਰਿਆ ਹੋਇਆ, ਪਰ ਗੁਰੂ ਸਾਹਿਬ ਦਾ ਹੁਕਮ ਸੀ ਵੀ ਮਾਰਿਓ ਨਾ, ਫੜ ਕੇ ਲਿਆਓ। ਇਸ ਕਰਕੇ ਧਰਮ ਸਿੰਘ ਜੀ ਨੂੰ ਫੜ ਕੇ ਸਤਿਗੁਰਾਂ ਕੋਲ ਲੈ ਆਏ ਤੇ ਬੜਾ ਡਰਿਆ ਹੋਇਆ। ਕਹੋ ਕੁੱਟਣ ਕੂਕਿਓ ਕਹਾ ਕਿਆ ਲਿਹੋ ਪੁਕਾਰੀ। ਮਹਾਰਾਜ ਜੀ ਕਹਿੰਦੇ ਉਹ ਕੁੱਟਣਾ, ਉਹਨੂੰ ਮਾਈ ਨੂੰ ਕਹਿੰਦੇ ਕਲਗੀਧਰ, ਕੀ ਗੱਲ ਕਾਹਦੀ ਪੁਕਾਰ ਕਰਦਾ, ਕੀ ਲੈਣਾ ਤੂੰ ਪੁਕਾਰ ਕਰਕੇ? ਉੱਚੀ ਉੱਚੀ ਰੌਲਾ ਪਾਉਣਾ ਵੀ ਸਿੰਘ ਜਾ ਰਿਹਾ, ਫੜ ਲੋ ਕੋਈ ਆ ਕੇ। ਇਹ ਪੁਕਾਰ ਕਰਕੇ ਤੈਨੂੰ ਕੀ ਮਿਲੇਗਾ? ਜੇ ਹਮ ਪਲਟਾ ਲਿਹੇ ਅਬ ਦਹਿ ਤੁਹੇ ਮਾਰੀ। ਦੱਸ ਹੁਣ ਤੇਰੀ ਇਸ ਪੁਕਾਰ ਦਾ ਬਦਲਾ ਲਈਏ ਤੇਰੇ ਕੋਲੋਂ? ਬਦਲਾ ਕੀ ਲਈਏ ਵੀ ਹੁਣੇ ਤੇਰੀ ਧੌਣ ਤੇਰੇ ਧੜ ਤੋਂ ਵੱਖਰੀ ਕਰ ਦਈਏ, ਤੂੰ ਰੌਲਾ ਪਾਉਣ ਜੋਗਾ ਹੀ ਨਾ ਰਵੇਂ, ਪੁਕਾਰ ਕਰਨ ਜੋਗਾ ਹੀ ਨਾ ਰਵੇਂ। ਦੱਸ ਹੁਣ ਤੈਨੂੰ ਸਜ਼ਾ ਦੇਈਏ, ਦੰਡ ਦੇਈਏ? ਏਦਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਇਹਨੂੰ ਤਾੜਨਾ ਕਰਕੇ ਬੋਲੇ। ਸੁਨ ਮਾਹੀ ਕਰ ਜੋਰ ਕੈ ਮ੍ਰਿਦ ਬਾਕੀ ਉਚਾਰਾ। ਸੁਣ ਕੇ ਮਾਈ ਨੇ ਹੱਥ ਜੋੜੇ, ਹੱਥ ਜੋੜ ਕੇ ਕਲਗੀਧਰ ਜੀ ਨੂੰ ਬੜਾ ਸਿਨਮਰ ਜਾ ਹੋ ਕੇ ਨਾਲੇ ਡਰਿਆ ਹੋਇਆ ਬੇਨਤੀ ਕਰਕੇ ਬੋਲਿਆ, ਜਾਣਿਓ ਮੈਂ ਤੁਮ ਕੋ ਨਹੀਂ ਗੁਰ ਆਪ ਉਦਾਰਾ। ਕਹਿਣ ਲੱਗਾ ਜੀ ਗੁਰੂ ਜੀ ਮਾਫੀ ਚਾਹੁੰਦਾ, ਮੈਨੂੰ ਨਹੀਂ ਸੀ ਪਤਾ ਤੁਸੀਂ ਆਪ ਹੋ, ਮੈਨੂੰ ਨਹੀਂ ਸੀ ਪਤਾ ਕਿ ਗੁਰੂ ਜੀ ਤੁਸੀਂ ਆਪ ਹੋ। ਸਿੰਘ ਕਹੂੰ ਕੋ ਜਾਤ ਹੈ ਇਮ ਜਾਨ ਪੁਕਾਰਾ। ਮੈਂ ਤੇ ਜਾਣ ਕੇ ਪੁਕਾਰ ਕੀਤੀ ਸੀ ਵੀ ਸ਼ਾਇਦ ਕੋਈ ਸਿੰਘ ਜਾ ਰਿਹਾ ਹੈ, ਮਾਫੀ ਚਾਹੁੰਦਾ ਮਹਾਰਾਜ, ਮੈਨੂੰ ਨਹੀਂ ਸੀ ਪਤਾ ਕਿ ਤੁਸੀਂ ਆਪ ਆਏ ਹੋ।
ਮੈਂ ਤਾਂ ਤੁਹਾਨੂੰ ਕਿਸੇ ਸਿੰਘ ਦਾ ਰੂਪ ਜਾਣ ਕੇ ਪੁਕਾਰ ਕਰ ਰਿਹਾ ਸੀ। छिमहो अब है नह बोल हो पिख दर्श तुहारा। ਮਹਾਰਾਜ ਮੈਨੂੰ ਮਾਫ ਕਰ ਦਿਓ, ਹੁਣ ਨਹੀਂ ਮੈਂ ਬੋਲਦਾ, ਤੁਹਾਡੇ ਦਰਸ਼ਨ ਕਰ ਲਏ ਨੇ, ਮੈਂ ਹੁਣ ਨਹੀਂ ਬੋਲਦਾ। ਮਹਾਰਾਜ ਜੀ ਕਹਿੰਦੇ ਵੀ ਜੇ ਸਿੰਘ ਹੁੰਦਾ ਤੇ ਰੌਲਾ ਪਾਣਾ ਸੀ। ਕਹਿੰਦਾ ਮਹਾਰਾਜ ਮਾਫੀ ਮੰਗਦਾ, ਖਿਮਾ ਕਰ ਦਿਓ ਮਹਾਰਾਜ, ਤੁਸੀਂ ਤਾਂ ਖਿਮਾ ਨਿਧ ਹੋ, ਸਾਡੇ ਵਰਗੇ ਜੀਵ ਭੁੱਲਣ ਅੰਦਰ ਹੁੰਦੇ ਨੇ, ਆਪ ਜੀ ਬਖਸ਼ਣਹਾਰ ਬਖਸ਼ੰਦ ਹੋ, ਮਹਾਰਾਜ ਕਿਰਪਾ ਕਰਕੇ ਬਖਸ਼ ਲੋ। गुरु कमर खंजर तबै तिसके कर दीनो। ਮਹਾਰਾਜ ਜੀ ਦੇ ਕਮਰ ਕੱਸੇ 'ਚ ਇੱਕ ਬੜਾ ਕੀਮਤੀ ਖੰਜਰ ਸੀ। ਉਹ ਖੰਜਰ ਤੇ ਨਾ ਬੜੇ ਜੜਾਊ, ਪਿੱਛੇ ਵੀ ਦਿੱਤਾ ਸੀ ਇੱਕ ਮਾਈ ਨੂੰ, ਪਰ ਉਹ ਮੂਰਖ ਨੇ ਰੌਲਾ ਪਾਇਆ ਤੇ ਮਹਾਰਾਜ ਜੀ ਨੇ ਮਾਰ ਕੇ ਚਪੇੜ ਉਹਦੇ ਦੰਦ ਹੀ ਕੱਢ ਕੇ ਬਾਹਰ ਸੁੱਟ ਦਿੱਤੇ ਸੀ। ਪਹਿਲਾਂ ਕਮਰ ਕੱਸੇ 'ਚ ਇਹੀ ਖੰਜਰ ਉਹਨੂੰ ਵੀ ਦਿੱਤਾ ਸੀ, ਪਰ ਉਹ ਫਿਰ ਰੌਲਾ ਪਾਉਣ ਲੱਗਾ। ਮਹਾਰਾਜ ਜੀ ਕਹਿੰਦੇ ਉਰੇ ਆ, ਕੋਲ ਬੁਲਾ ਕੇ ਚਪੇੜ ਮਾਰੀ ਤੇ ਦੰਦ ਨਿਕਲ ਕੇ ਉਹਦੇ ਬਾਹਰ ਜਾ ਪਏ, ਮੁੜ ਕੇ ਬੋਲਿਆ ਹੀ ਨਹੀਂ, ਮੂੰਹ 'ਚੋਂ ਸ਼ਬਦ ਹੀ ਨਹੀਂ ਨਿਕਲਿਆ, ਚੁੱਪਚਾਪ ਹੀ ਮੁੜ ਗਿਆ। ਉਹ ਖੰਜਰ ਮਹਾਰਾਜ ਜੀ ਨੇ ਵਾਪਸ ਲੈ ਲਿਆ ਸੀ। ਹੁਣ ਉਹੀ ਖੰਜਰ ਮਹਾਰਾਜ ਜੀ ਨੇ ਇਸ ਮਾਈ ਨੂੰ ਬਖਸ਼ਦਿਆਂ ਦਿੱਤਾ। ਹੀਰੇ ਜਰੇ ਜਰਾਵ ਮੈਂ ਜਿਹ ਕੀਮਤ ਪੀਨੋ। ਖੰਜਰ ਦੇ ਵਿੱਚ ਬੜੇ ਕੀਮਤੀ ਹੀਰੇ ਤੇ ਜੜਾਊ ਜੜੇ ਹੋਏ ਸੀ, ਬੜੀ ਕੀਮਤ ਸੀ ਇਹਦੀ, ਕੋਈ ਬਹੁ ਮੁੱਲਾ ਖੰਜਰ ਸੀ। ਪੁੱਤਰ ਪੌਤਰ ਲਗ ਸਦਨ ਮਹਿ ਕਰੀਐ ਗੁਜ਼ਰਾਨਾ। ਮਹਾਰਾਜ ਜੀ ਕਹਿੰਦੇ ਆਲਾ ਹੀਰੇ ਲੱਗੇ ਨੇ ਇਹਨੂੰ, ਜੇ ਇਹ ਤੂੰ ਆਪਣੇ ਘਰ ਲੈ ਜਾਏ, ਪੁੱਤਰਾਂ ਪੋਤਰਿਆਂ ਤੱਕ ਖਾਂਦਾ ਰਹੇ, ਇਹਨੂੰ ਵੇਚ ਕੇ ਜਿੰਨਾ ਪੈਸਾ ਆਉਣਾ ਤਾਂ ਵੀ ਪੈਸਾ ਨਾ ਮੁੱਕੇ। ਮਹਾਰਾਜ ਜੀ ਕਹਿੰਦੇ ਆ ਲੈ, ਇਹ ਲੈ ਲੈ। ਵੇਚੈ ਕਈ ਹਜ਼ਾਰ ਕੋ ਧਨ ਪਾਏ ਮਹਾਨਾ। ਕਿਉਂਕਿ ਜਦੋਂ ਇਹਨੂੰ ਵੇਚੇਗਾ ਤੇ ਕਈ ਹਜ਼ਾਰਾਂ ਰੁਪਏ ਦਾ ਵਿਕੇਗਾ, ਤੈਨੂੰ ਖੁੱਲੀ ਮਾਇਆ ਦੇ ਗੱਫੇ ਇਹਨੂੰ ਵੇਚ ਕੇ ਮਿਲ ਜਾਣਗੇ। ਨਹਿ ਬੋਲੋ ਕਰ ਗਮਨ ਕਰ ਛੋਰਹਿ ਅਬ ਤੋਹੀ। ਅਸੀਂ ਤੈਨੂੰ ਛੱਡਣ ਲੱਗੇ ਹਾਂ, ਹੁਣ ਬੋਲੀ ਨਾ, ਚੁੱਪਚਾਪ ਇੱਥੋਂ ਚਲਾ ਜਾ। ਜੋ ਤੈਨੂੰ ਇਨਾਮ ਉਧਰੋਂ ਮਿਲਣਾ ਸੀ ਤੁਰਕਾਂ ਕੋਲੋਂ ਸਾਨੂੰ ਫੜਾਣ ਦਾ, ਉਹ ਕੀ ਤੇਰਾ 2 ਦਿਨ 4 ਦਿਨ ਚੱਲ ਜਾਂਦਾ ਗੁਜ਼ਾਰਾ, ਇਹਦੇ ਨਾਲ ਤੇਰੇ ਪੁੱਤਰ ਪੋਤਰੇ ਖਾਂਦੇ ਰਹਿਣਗੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੁਣ ਚੁੱਪਚਾਪ ਇੱਥੋਂ ਘਰ ਵਾਪਸ ਚਲਾ ਜਾ। ਸੁਨ ਕਰ ਮਾਹੀ ਨਮੋ ਕਰ ਮੁਖ ਤੂਛਣ ਹੋਹੀ। ਮਾਈ ਨੇ ਜਦੋਂ ਮਹਾਰਾਜ ਜੀ ਦੇ ਬਚਨ ਸੁਣੇ ਤੇ ਸੁਣ ਕੇ ਬਿਲਕੁਲ ਚੁੱਪ ਕਰ ਗਿਆ। ਆਏ ਬਿਰਾਜੇ ਬਾਗ ਮਹਿ ਦਿਨ ਸਕਲ ਬਿਤਾਇਓ। ਇਹ ਚਲਾ ਗਿਆ ਵਾਪਸ, ਸਤਿਗੁਰੂ ਜੀ ਬਾਗ ਵਿੱਚ ਵਾਪਸ ਆਏ। ਸਾਰਾ ਦਿਨ ਮਹਾਰਾਜ ਜੀ ਨੇ ਬਾਗ ਦੇ ਵਿੱਚ ਹੀ ਬਤੀਤ ਕੀਤਾ। ਸੰਧਿਆ ਸਮੈ ਬਿਲੋਕ ਕੈ ਜਬ ਰਵ ਅਸਤਾਇਓ। ਕਿਉਂਕਿ ਦਿਨੇ ਜੇ ਪਿੰਡ 'ਚ ਜਾਂਦੇ ਸ਼ਹਿਰ ਦੇ ਵਿੱਚ ਤੇ ਲੋਕਾਂ ਨੇ ਵੇਖਣਾ ਸੀ, ਆਲੇ ਦੁਆਲੇ ਨੀਤੀ ਸੀ ਨਾ। ਦਿਨੇ ਮਹਾਰਾਜ ਜੀ ਬਾਗ 'ਚ, ਕਿਉਂਕਿ ਬਾਗ ਬੜਾ ਸੰਘਣਾ ਸੀ, ਉੱਥੇ ਆਉਣਾ ਜਾਣਾ ਬਹੁਤ ਘੱਟ ਸੀ ਲੋਕਾਂ ਦਾ, ਤੋ ਦਿਨੇ ਦਿਨੇ ਮਹਾਰਾਜ ਜੀ ਸਾਰਾ ਦਿਨ ਬਾਗ ਵਿੱਚ ਰਹੇ। ਜਦੋਂ ਸ਼ਾਮ ਜੇ ਦਾ ਵੇਲਾ ਹੋਇਆ ਨਾ, ਸੰਧਿਆ ਜੇ ਦਾ ਸਮਾਂ ਹੋਇਆ, ਹਨੇਰਾ ਪੈਣ ਲੱਗਾ, ਆਏ ਗੁਲਾਬਾ ਸੰਗ ਲੈ ਗਮਨਿਓ ਘਰ ਮਾਹੀ। ਫਿਰ ਗੁਲਾਬਾ ਸਤਿਗੁਰਾਂ ਕੋਲ ਆਇਆ ਕਿ ਮਹਾਰਾਜ ਜੀ ਹੁਣ ਹਨੇਰਾ ਪੈਣ ਵਾਲਾ ਹੈ ਤੇ ਕਿਸੇ ਦੋਖੀ ਦੀ ਨਿਗਾਹ ਨਹੀਂ ਪਏਗੀ, ਆਪ ਜੀ ਕਿਰਪਾ ਕਰਕੇ ਆਪਣੇ ਸੇਵਕ ਦੇ ਘਰ ਚਰਨ ਪਾਓ। ਉਤੋ ਚੁਬਾਰਾ ਸਦਨ ਪਰ ਨਵ ਚਿਨਿਓ ਤਦਾਹੀ। ਇਹਨੇ ਆਪਣੇ ਘਰ ਜਾ ਕੇ ਸਤਿਗੁਰਾਂ ਦਾ ਉਤਾਰਾ ਕਰਾਇਆ ਤੇ ਇਹਨੇ ਆਪਣੇ ਘਰ ਦੇ ਉੱਤੇ ਨਾ ਨਵਾਂ ਚੁਬਾਰਾ ਬਣਾਇਆ ਸੀ। ਉੱਥੇ ਗੁਰਦੁਆਰਾ ਚੁਬਾਰਾ ਸਾਹਿਬ ਹੈ ਮਾਛੀਵਾੜੇ, ਤੇ ਉੱਤੇ ਚੁਬਾਰਾ ਬਣਾਇਆ ਹੋਇਆ ਸੀ ਤੇ ਨਵਾਂ ਘਰ ਬਣਾਇਆ ਸੀ। ਪ੍ਰਾਣ ਧਾਰਿਓ ਗੁਰ ਕੇ ਚਰਨ ਪੂਰਬ ਇਤ ਪਾਵੈ। ਤੇ ਮਨ 'ਚ ਇਹਨੇ ਇੱਛਾ ਕੀਤੀ ਸੀ ਵੀ ਚੁਬਾਰਾ ਬਣਾਇਆ, ਕਿਤੇ ਸਤਿਗੁਰੂ ਜੀ ਆਉਣ ਤੇ ਇਹਦੇ 'ਚ ਚਰਨ ਪਾਉਣ ਤੇ ਫਿਰ ਮੈਂ ਆਪਣਾ ਇਹਦੇ 'ਚ ਨਿਵਾਸ ਕਰਾਂ। ਵੇਖੋ ਇਹਦੀ ਇੱਛਾ ਏਦਾਂ ਪੂਰੀ ਹੋਣੀ ਸੀ। ਉਸੇ ਚੁਬਾਰੇ ਦੇ ਵਿੱਚ ਸਤਿਗੁਰਾਂ ਦਾ ਉਤਾਰਾ ਕਰਾਉਣ ਲੱਗਾ। ਹਮ ਪੀਛੇ ਵਿੱਚ ਬਾਸ ਹੈ ਇਮ ਚਿਤ ਦਰਟਾਵੈ। ਮਨ 'ਚ ਪ੍ਰਣ ਕੀਤਾ ਸੀ ਕਿ ਜਿਹੜਾ ਨਵਾਂ ਚੁਬਾਰਾ ਬਣਿਆ, ਸਤਿਗੁਰੂ ਜੀ ਆ ਕੇ ਇਹਦੇ ਵਿੱਚ ਉਤਾਰਾ ਕਰਨ ਤੇ ਬਾਅਦ ਵਿੱਚ ਅਸੀਂ ਆਪਣੇ ਪਰਿਵਾਰ ਸਮੇਤ ਵਿੱਚ ਵਾਸਾ ਕਰੀਏ। ਤਉ ਤੁਰਕ ਕੇ ਰਾਜ ਕਰ ਡਰ ਪੰਤ ਕਨੇਰੇ। ਪਰ ਫਿਰ ਵੀ ਮਨ ਵਿੱਚ ਨਾ ਪੰਜਾਬੇ ਦੇ ਤੇ ਗੁਲਾਬਾ ਦੋਵੇਂ ਭਰਾ ਨੇ, ਦੋਹਾਂ ਦੇ ਮਨ ਦੇ ਵਿੱਚ ਡਰ ਭਰ ਹੈ। ਡਰ ਕਿ ਤੁਰਕਾਂ ਦਾ ਰਾਜ ਹੈ, ਦੁਸ਼ਮਣਾਂ ਦੀ ਫੌਜ ਲੱਭਦੀ ਫਿਰਦੀ, ਹਰਲ ਹਰਲ ਕਰਦੇ ਫਿਰਦੇ ਨੇ ਚਾਰੇ ਪਾਸੇ। ਡਰਿਆ ਬੜਾ ਹੋਇਆ ਮਨ 'ਚ
ਤੁਰਕਾਂ ਦਾ ਰਾਜ ਭਾਗ ਹੈ, ਮਨ ਚ ਭੈ ਹੈ। ਦੂਤੀਏ ਪੰਜਾਬਾ ਭਰਾਤ ਤੇ ਲਾਚਾਰ ਵਡੇਰੇ। ਇੱਕ ਦਾ ਨਾਂ ਗੁਲਾਬਾ ਹੈ ਤੇ ਦੂਜਾ ਇਹਦਾ ਜਿਹੜਾ ਭਰਾ ਆ ਉਹਦਾ ਨਾਂ ਪੰਜਾਬਾ ਹੈ। ਬੜੇ ਲਾਚਾਰ ਜੇ ਆਪਣੇ ਆਪ ਨੂੰ ਮਹਿਸੂਸ ਕਰਦੇ ਹਨ। ਸੁੰਦਰ ਏਕ ਪ੍ਰਿਯੰਕ ਤਬ ਮੰਦਰ ਮਹਿ ਡਾਸਾ। ਉਸੇ ਮੰਦਰ ਦੇ ਵਿੱਚ ਜਿੱਥੇ ਰਹਿੰਦੇ ਸੀ ਇੱਕ ਬੜਾ ਸੋਹਣਾ ਪਲੰਗਾ ਮਹਾਰਾਜ ਜੀ ਦੇ ਬੈਠਣ ਲਈ ਬਿਰਾਜਣ ਲਈ ਇਹਨਾਂ ਨੇ ਵਿਛਾਇਆ। ਕਰਿਓ ਬਿਠਾਵਨ ਸਤਿਗੁਰੂ ਆਚਰਜ ਬਿਲਾਸਾ। ਔਰ ਸਤਿਗੁਰੂ ਜੀ ਨੂੰ ਉਸ ਪਲੰਗੇ ਤੇ ਬਿਠਾਇਆ। ਐਸੇ ਸਤਿਗੁਰੂ ਜੀ ਜਿਨ੍ਹਾਂ ਦੇ ਅਸਚਰਜ ਬਿਲਾਸ ਹਨ। ਅਸਚਰਜ ਬਿਲਾਸ ਜਿਨ੍ਹਾਂ ਦੇ ਕੌਤਕ ਵੇਖ ਕੇ ਹਿਰਦਾ ਅਸਚਰਜ ਹੁੰਦਾ, ਵਿਸਮਾਦ ਵਿੱਚ ਆਉਂਦਾ। ਐਸੇ ਕਲਗੀਧਰ ਸੁਆਮੀ ਜੀ ਨੂੰ ਸੋਹਣੇ ਪਲੰਗੇ ਦੇ ਉੱਤੇ ਬਿਠਾਇਆ। ਖਾਨ ਪਾਨ ਸਭ ਬਿਦ ਕਰੇ ਨਿਸਮਹਿ ਸੁਪਤਾਏ। ਖਾਨ ਪਾਨ ਕੀਤਾ, ਲੰਗਰ ਪ੍ਰਸ਼ਾਦਾ ਰਾਤ ਪੈ ਚੁੱਕੀ ਸੀ ਤੋ ਲੰਗਰ ਪ੍ਰਸ਼ਾਦਾ ਛਕ ਕੇ ਸਤਿਗੁਰੂ ਜੀ ਬਿਰਾਜੇ ਨੇ ਸੁਖਾਸਣਾ ਤੇ। ਪ੍ਰਾਤਿ ਉਠੇ ਕਰ ਸੋਚ ਕੋ ਜਲ ਘਨੋ ਅਨਾਏ। ਅਗਲੇ ਦਿਨ ਉੱਠੇ ਤੇ ਮਹਾਰਾਜ ਜੀ ਨੇ ਇਸ਼ਨਾਨ ਪਾਣੀ ਵਾਸਤੇ ਖੁੱਲਾ ਜਲ ਮੰਗਾਇਆ। ਖੁੱਲੇ ਜਲ ਦੀ ਵਰਤੋਂ ਕਰਨ ਲਈ ਖੁੱਲਾ ਜਲ ਮਹਾਰਾਜ ਜੀ ਨੇ ਮੰਗਵਾਇਆ। ਕਰੀ ਰਦਨ ਧਾਵਨ ਗੁਰੂ ਮੁਖ ਕਮਲ ਪਖਾਰਾ। ਪਾਤਸ਼ਾਹ ਜੀ ਨੇ ਰਦ ਧਾਵਨ ਕਹਿੰਦੇ ਨੇ ਦਾਤਣ ਨੂੰ। ਦਾਤਣ ਮਹਾਰਾਜ ਜੀ ਨੇ ਕੀਤੀ ਔਰ ਦਾਤਣ ਤੇ ਵਾਹਵਾ 15-20 ਮਿੰਟ ਮਹਾਰਾਜ ਜੀ ਨੇ ਲਾਏ। ਦੰਦਾਂ ਦੀ ਮੁਖ ਦੀ ਸਫਾਈ ਕੀਤੀ। ਦਾਤਣ ਨੂੰ ਨਿਹੰਗ ਸਿੰਘਾਂ ਦੇ ਬੋਲਿਆਂ ਵਿੱਚ ਮੁਖ ਮਾਂਜਣਾ ਕਹਿੰਦੇ ਹਨ। ਤੋ ਮੁਖ ਮਾਂਜਣਾ ਵੀ ਕਹਿ ਦਿੰਦੇ ਆ ਖਾਲਸੇ ਦੇ ਬੋਲੇ 'ਚ ਦਾਤਣ ਕਰਨ ਨੂੰ। ਚਲੋ ਅੱਜ ਕੱਲ ਤਾਂ ਹੋਰ ਨਵੇਂ ਤਰੀਕੇ ਆ ਗਏ, ਪਹਿਲਾਂ ਦਾਤਣਾ ਹੀ ਕਰਦੇ ਸਨ। ਤੋ ਮੁਖ ਮਾਂਜਣਾ ਕੀਤਾ। ਕਲਗੀਧਰ ਪਾਤਸ਼ਾਹ ਨੇ ਦਾਤਣ ਕਰਕੇ ਫਿਰ ਕੁਰਲਾ ਕੀਤਾ। ਕਮਲ ਜੈਸਾ ਮੁਖ, ਉਹਦੇ ਤੇ ਜਲ ਦੇ ਛਿੱਟੇ ਮਾਰੇ। ਪੁਨ ਚੌਂਕੀ ਪਰ ਖਰੇ ਹੋਏ ਮੱਜਨ ਤਨ ਧਾਰਾ। ਇਸ਼ਨਾਨ ਕਰਨ ਵਾਲੀ ਜਿਹੜੀ ਪੀੜੀ ਸੀ ਫਿਰ ਮਹਾਰਾਜ ਜੀ ਉਹਦੇ ਤੇ ਖਲੋ ਗਏ ਇਸ਼ਨਾਨ ਕਰਨ ਵਾਸਤੇ। ਕਟ ਕੀ ਕਾਛ ਨਿਕਾਰ ਕਰ ਤਹ ਨੀਚੇ ਡਾਰੀ। ਜਲ ਵਰਤਿਆ, ਸਤਿਗੁਰਾਂ ਨੇ ਇਸ਼ਨਾਨ ਕੀਤਾ। ਇਸ਼ਨਾਨ ਕਰਨ ਤੋਂ ਬਾਅਦ ਮਹਾਰਾਜ ਜੀ ਨੇ ਤੇੜ ਜਿਹੜਾ ਜਤ ਸਤ ਦੀ ਨਿਸ਼ਾਨੀ ਖਾਲਸੇ ਦੇ ਪੰਜਾਂ ਕਕਾਰਾਂ ਚੋਂ ਇੱਕ ਕਕਾਰ ਕਛਹਿਰਾ ਉਹ ਕਲਗੀਧਰ ਪਾਤਸ਼ਾਹ ਜੀ ਨੇ ਤਿਆਗਿਆ। ਆੜ ਬੰਦ ਅੰਤਰ ਹੁਤੋ ਡਿਡ ਕਸਿਓ ਸੁਧਾਰੀ। ਕਛਹਿਰੇ ਦੇ ਥੱਲੇ ਮਹਾਰਾਜ ਜੀ ਨੇ ਇੱਕ ਆੜ ਬੰਦ ਲਾਇਆ ਹੋਇਆ ਸੀ। ਆੜ ਬੰਦ ਇੱਕ ਲੰਗੋਟ ਜੀ ਕਿਸਮ ਦਾ ਹੁੰਦਾ। ਇਹ ਕਿਉਂ ਲਾਇਆ ਜਾਂਦਾ? ਕਿਉਂਕਿ ਜਦੋਂ ਲੰਮਾ ਪੈਂਡਾ ਚੱਲਣਾ ਹੋਵੇ। ਕਲਗੀਧਰ ਜੀ ਨੂੰ ਪਤਾ ਸੀ ਕਿ ਚਮਕੌਰ ਸਾਹਿਬ ਤੋਂ ਟੁਰਨਾ, ਪਹਿਲਾਂ ਪਿੱਛੋਂ ਆਨੰਦਪੁਰ ਸਾਹਿਬ ਤੋਂ ਚੱਲ ਕੇ ਆਏ ਨੇ, ਚਮਕੌਰ ਸਾਹਿਬ ਤੋਂ ਪੈਦਲ ਜਾਣਾ ਸੀ। ਹੁਣ ਪੈਦਲ ਚੱਲਣ ਲਈ ਦੌੜਨ ਵਾਸਤੇ ਜੇ ਘੋੜਸਵਾਰੀ ਵੀ ਕਰਨੀ ਪਵੇ ਉਹਦੇ ਵਾਸਤੇ ਵੀ ਇਹਦੀ ਜ਼ਰੂਰਤ ਹੁੰਦੀ। ਇਹਨੂੰ ਜੰਗੀ ਲੰਗੋਟ ਵੀ ਕਹਿ ਦਿੰਦੇ ਆ। ਇੱਕ ਪਹਿਲਵਾਨ ਵਗੈਰਾ ਲਾਉਂਦੇ ਆ ਲੰਗੋਟ, ਇਹ ਉਹਦੇ ਤੋਂ ਵੱਖਰਾ ਹੁੰਦਾ ਥੋੜਾ ਜਿਹਾ ਆੜਬੰਦ। ਉਹ ਕਮਰ ਲੱਕ ਦੇ ਨਾਲ ਇੱਕ ਕੱਪੜਾ ਜਿਹੜਾ ਬੜੇ ਕੱਸ ਕੇ ਬੰਨਿਆ ਹੁੰਦਾ ਧਾਗੇ ਜੇ ਵਾਂਗੂ, ਤੇ ਜਾਂਗਾਂ ਦੇ ਵਿੱਚੋਂ ਦੀ ਉਹ ਲੰਗੋਟ ਮਹਾਰਾਜ ਜੀ ਨੇ ਆੜਬੰਦ ਹੀ ਕਹਿੰਦੇ। ਉਹ ਆੜਬੰਦ ਮਹਾਰਾਜ ਜੀ ਨੇ ਧਾਰਨ ਕੀਤਾ ਹੋਇਆ ਸੀ। ਹੁਣ ਉਹ ਆੜਬੰਦ ਇੰਨਾ ਕੱਸਿਆ ਗਿਆ ਕਿਉਂਕਿ ਸੋਜਾ ਆ ਗਿਆ ਸਰੀਰ ਨੂੰ ਚੱਲ ਚੱਲ ਕੇ, ਤੇ ਆੜਬੰਦ ਵੀ ਕੱਸਿਆ ਹੋਇਆ ਸੀ। ਉਹ ਆੜਬੰਦ ਦਾ ਜਿਹੜਾ ਕੱਪੜਾ ਸੀ ਉਹ ਮਹਾਰਾਜ ਜੀ ਦੇ ਮਾਸ ਦੇ ਵਿੱਚ ਖੁੱਭ ਗਿਆ। ਹਾਂਜੀ। ਸੋ ਆਮਿਖ ਮੈਂ ਖੁੱਭ ਰਹਿਓ ਜਮ ਸ਼ਰੋਣਤ ਸਾਥਾ। ਤੇ ਕਹਿੰਦੇ ਉਹ ਖੁੱਭ ਗਿਆ ਇੰਨਾ ਵੀ ਖੂਨ ਤੇ ਜੰਮ ਗਿਆ ਇੱਕਦਮ। ਖੂਨ ਜਿਵੇਂ ਨਿਕਲ ਕੇ ਕੋਈ ਚੀਜ਼ ਕੱਸ ਕੇ ਬੰਨੀ ਹੁੰਦੀ ਹੈ ਨਾ, ਤੋ ਕੱਸ ਕੇ ਬੰਨਣੇ ਕਰਕੇ ਕਹਿੰਦੇ ਉਹ ਖੂਨ ਜਿਹੜਾ ਸਿਮਣ ਕਰਕੇ ਉਹ ਖੂਨ ਦੇ ਵਿੱਚ ਹੀ ਉਹ ਕੱਪੜਾ ਜਿਹੜਾ ਸੀ ਆੜਬੰਦ ਦਾ ਧਸ ਗਿਆ। ਰਹੇ ਨਿਕਾਸ ਨਾ ਨਿਕਸਤੋ ਐਂਚਿਓ ਗਹਿ ਹਾਥਾ। ਮਹਾਰਾਜ ਜੀ ਇਸ਼ਨਾਨ ਕਰ ਹਟੇ ਨੇ ਤੇ ਉਹ ਕਛਹਿਰਾ ਬਦਲਣਾ, ਪਰ ਉਹ ਥੱਲੇ ਜਿਹੜਾ ਆੜਬੰਦ ਆ ਉਹ ਮਹਾਰਾਜ ਜੀ ਜਦੋਂ ਉਹਨੂੰ ਖੋਲਦੇ ਨੇ ਤੇ ਉਹ ਖੁੱਲਦਾ ਨਹੀਂ ਹੈ, ਉਹ ਇੱਕਦਮ ਵਿੱਚ ਜੰਮ ਗਿਆ ਹੈ। ਤਬ ਹੈ ਗੁਲਾਬੇ ਕੋ ਕਹਿਓ ਕਰ ਜਤਨ ਨਿਕਾਸੋ। ਭਾਈ ਗੁਲਾਬਾ ਜੀ ਕੋਲ ਇਸ਼ਨਾਨ ਕਰਾ ਰਹੇ ਸੀ। ਮਹਾਰਾਜ ਜੀ ਨੇ ਗੁਲਾਬੇ ਨੂੰ ਆਵਾਜ਼ ਮਾਰੀ, ਭਾਈ ਗੁਲਾਬਾ ਜੀ ਆਓ ਆ ਕੇ ਮਦਦ ਕਰੋ। ਇਹ ਜਿਹੜਾ ਆੜਬੰਦ ਹੈ ਇਹਦਾ ਜਿਹੜਾ ਕੱਪੜਾ
ਕੱਪੜਾ ਵਿੱਚ ਧਸ ਗਿਆ ਹੈ ਮਾਸ ਦੇ, ਇਹਨੂੰ ਕੱਢਣ ਦਾ ਯਤਨ ਕਰੋ। ਸਨੇ ਸਨੇ ਕਾਢਨ ਲਗਿਓ ਹੋਇ ਕੈ ਬਹੁ ਪਾਸੋ। ਭਾਈ ਗੁਲਾਬਾ ਜੀ ਸਤਿਗੁਰਾਂ ਦੇ ਕੋਲ ਆ ਕੇ ਸਹਿਜੇ ਸਹਿਜੇ ਨਾ ਉਹ ਕੱਪੜੇ ਨੂੰ ਢਿੱਲਾ ਕਰਕੇ ਪਾਣੀ ਪਾ ਕੇ ਉਹ ਖੋਲਦੇ ਹਨ। ਸ਼ੰਕਤ ਚਿਤ ਗੁਰ ਨਗਨ ਤੇ ਨਹਿ ਦ੍ਰਿਗ ਕਰ ਹੇਰੇ। ਹੁਣ ਭਾਈ ਗੁਲਾਬਾ ਆਪਣੀ ਨਿਗਾਹ ਥੱਲੇ ਨੂੰ ਕਰਦਾ, ਮਹਾਰਾਜ ਜੀ ਦੇ ਸਰੀਰ ਨੂੰ ਵੇਖਦਾ ਨਹੀਂ ਹੈ। ਗਰੀਬ ਨਵਾਜ ਪਾਤਸ਼ਾਹ ਜੀ ਨੇ ਕਛਹਿਰਾ ਜਿਹੜਾ ਹੈ ਉਹ ਤਿਆਗਿਆ ਹੋਇਆ, ਆੜਬੰਦੀ ਹੈ ਕੱਲਾ ਥੱਲੇ। ਇਹਨੂੰ ਗੁਲਾਬੇ ਨੂੰ ਥੋੜਾ ਜਿਹਾ ਝਾਕਾ ਆਉਂਦਾ, ਮਨ ਦੇ ਵਿੱਚ ਥੋੜੀ ਜੀ ਨਾ ਲਾਜ ਆਉਂਦੀ ਹੈ। ਵਸਤਰ ਗਇਓ ਜਮ ਅਧਿਕ ਹੀ ਨਿਕਸ ਨਾ ਜਿਸ ਬੇਰੇ। ਤੇ ਗੁਲਾਬਾ ਨਿਗਾਹ ਨਹੀਂ ਕਰਕੇ ਉੱਤੇ ਵੇਖਦਾ, ਨਿਗਾਹ ਥੱਲੇ ਰੱਖਦਾ ਤੇ ਹੱਥਾਂ ਨਾਲ ਉੱਤੋਂ ਖੋਲੀ ਜਾਂਦਾ। ਪਰ ਹੁਣ ਵਸਤਰ ਇੰਨਾ ਜ਼ਿਆਦਾ ਜੰਮ ਗਿਆ ਸੀ, ਵੇਖੇ ਬਿਨਾ ਉਹ ਖੁੱਲਣਾ ਨਹੀਂ ਹੈ। ਹੁਣ ਇਹ ਵੇਖਦਾ ਨਹੀਂ, ਉਧਰ ਨਿਗਾਹ ਥੱਲੇ ਆ ਤੇ ਹੱਥਾਂ ਦੇ ਨਾਲ ਉੱਤੋਂ ਖੋਲਦਾ ਹੈ। ਕਹਿਓ ਗੁਰੂ ਨਹਿ ਸ਼ੰਕ ਕਰ ਅਵਲੋਕ ਨਿਕਾਸੋ। ਮਹਾਰਾਜ ਜੀ ਕਹਿੰਦੇ ਗੁਲਾਬਾ ਜੀ ਸ਼ੰਕਾ ਨਾ ਕਰੋ ਮਨ ਚ, ਵੇਖ ਕੇ ਧਿਆਨ ਨਾਲ ਖੋਲੋ। ਪਿਤ ਸੁਤ ਦੋਸ਼ ਨਾ ਨਗਨ ਕੋ ਨਹਿ ਕੀ ਜੈ ਸੰਸੋ। ਮਹਾਰਾਜ ਜੀ ਕਹਿੰਦੇ ਪਿਓ ਪੁੱਤਰ ਦਾ ਵੀ ਭਲਾ ਪੜਦਾ ਹੁੰਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਜੀ ਕਹਿੰਦੇ ਗੁਲਾਬਿਆ ਤੂੰ ਪੁੱਤਰ ਹੈ ਸਾਡਾ, ਅਸੀਂ ਪਿਤਾ ਆ ਤੇਰੇ, ਤੇ ਪੁੱਤ ਪਿਓ ਦਾ ਵੀ ਕੋਈ ਪੜਦਾ ਥੋੜੀ ਹੁੰਦਾ। ਇਸ ਕਰਕੇ ਸ਼ੰਕਾ ਨਾ ਕਰ ਮਨ ਚ। ਵੇਖੋ ਮੇਰੇ ਦਿਆਲੂ ਕਿਰਪਾਲੂ ਸਤਿਗੁਰੂ ਕਿੰਨਾ ਮਾਣ ਬਖਸ਼ਦੇ ਆਪਣੇ ਸੇਵਕਾਂ ਨੂੰ। ਕਹਿੰਦੇ ਪਿਓ ਪੁੱਤ ਦਾ ਨਹੀਂ ਪੜਦਾ ਹੁੰਦਾ ਗੁਲਾਬਿਆ, ਇਸ ਕਰਕੇ ਸ਼ੰਕਾ ਨਾ ਕਰ ਤੇ ਵੇਖ ਕੇ ਧਿਆਨ ਦੇ ਨਾਲ ਕੱਪੜੇ ਨੂੰ ਖੋਲ। ਤਉ ਗੁਲਾਬਾ ਸ਼ੰਕ ਤੋ ਜਲ ਡਾਰ ਪਿਗੋਵੈ। ਪਰ ਗੁਲਾਬਾ ਫਿਰ ਵੀ ਸ਼ਰਮਿੰਦਾ ਹੋਈ ਜਾਂਦਾ, ਫਿਰ ਵੀ ਉਹ ਲਾਜ ਜੀ ਕਰਦਾ। ਮਹਾਰਾਜ ਜੀ ਦਾ ਭੈ ਵੀ ਹੈ ਤੇ ਲਾਜ ਵੀ ਕਰਦਾ ਹੋਇਆ ਉਹ ਪਾਣੀ ਦੇ ਨਾਲ ਕੱਪੜੇ ਨੂੰ ਭਿਉਂਦਾ। ਸਨੇ ਸਨੇ ਖਿਸਕਾਏ ਪਟ ਨਿਕਸਾਏ ਸੋ ਜੋਵੈ। ਤੇ ਸਹਿਜੇ ਸਹਿਜੇ ਉਹ ਕੱਪੜੇ ਨੂੰ ਕੱਢਦਾ ਹੈ। ਬਹੁਤ ਜ਼ਿਆਦਾ ਵਿੱਚ ਜੰਮ ਗਿਆ ਸੀ, ਉਹਨੂੰ ਖਿੱਚ ਖਿੱਚ ਕੇ ਸਹਿਜੇ ਸਹਿਜੇ ਖਿੱਚਦਾ। ਜੁਗਲ ਉਰੂ ਤੇ ਐਚ ਕਰ 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 ਪਟ ਗੀਲਾ। ਤੇ ਦੋਨਾਂ ਉਰੂਆਂ ਦੇ ਵਿੱਚੋਂ ਉਹਨੂੰ ਕੱਪੜੇ ਨੂੰ ਗਿੱਲਾ ਕਰ ਕਰਕੇ ਭਾਈ ਗੁਲਾਬੇ ਨੇ ਕੱਢਿਆ। ਨੀਠ ਨੀਠ ਕਾਢਨ ਕਰਿਓ ਪੁਨ ਪੁਨ ਕਰ ਢੀਲਾ। ਤੇ ਹੌਲੇ ਹੌਲੇ ਢਿੱਲਾ ਕਰਦਿਆਂ ਕਰਦਿਆਂ ਉਸ ਆੜਬੰਦ ਨੂੰ ਕੱਢਦੇ ਹਨ। ਅਪਰ ਕਾਛ ਪਹਿਰੀ ਬਹਰ ਸਭ ਬਸਤਰ ਸਜਾਏ। ਤੇ ਫੱਡ ਜੇ ਪੈ ਗਏ ਨੇ ਸਰੀਰ ਦੇ ਵਿੱਚ ਮਹਾਰਾਜ ਜੀ ਦੇ, ਤੇ ਉਹ ਕੱਪੜਾ ਅਖੀਰ ਨੂੰ ਗੁਲਾਬੇ ਨੇ ਕੱਢ ਕੇ ਰੱਖ ਦਿੱਤਾ। ਕਲਗੀਧਰ ਪਾਤਸ਼ਾਹ ਜੀ ਨੇ ਦੂਸਰਾ ਕਛਹਿਰਾ ਆਪਣੇ ਸਰੀਰ ਤੇ ਧਾਰਨ ਕੀਤਾ। ਤਥਾ ਸ਼ਸਤਰ ਧਾਰਨ ਕਰੇ ਬੈਠੇ ਤਿਸ ਥਾਏ। ਸੋਹਣਾ ਚੋਲਾ ਸਰੀਰ ਤੇ ਪਾਇਆ, ਸੋਹਣੇ ਸ਼ਸਤਰ ਸਰੀਰ ਤੇ ਧਾਰਨ ਕਰਕੇ ਮਹਾਰਾਜ ਜੀ ਆਪਣੇ ਆਸਣ ਤੇ ਆ ਕੇ ਸਜ ਗਏ। ਖਾਨ ਪਾਨ ਤੈਸੇ ਕਰਿਓ ਸੋ ਦਿਵਸ ਬਿਤਾਇਓ। ਖਾਨ ਪਾਨ ਕੀਤਾ, ਲੰਗਰ ਪ੍ਰਸ਼ਾਦਾ ਤਿਆਰ ਕੀਤਾ ਭਾਈ ਗੁਲਾਬੇ ਨੇ, ਮਹਾਰਾਜ ਜੀ ਨੇ ਛਕਿਆ। ਦੂਸਰਾ ਦਿਨ ਇਸ ਤਰ੍ਹਾਂ ਬਤੀਤ ਹੋ ਗਿਆ। ਆਏ ਗੁਲਾਬੇ ਨਿਕਟ ਤਬ ਕਰ ਜੋਰ ਅਲਾਇਓ। ਭਾਈ ਗੁਲਾਬੇ ਨੇ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਕਿਆ ਅਸਨ ਅਬ ਕਰਵਾਵੋ ਤਿਆਰਾ। ਮਹਾਰਾਜ ਜੀ ਮੈਂ ਆਪ ਜੀ ਦੀ ਕੀ ਸੇਵਾ ਕਰ ਸਕਦਾ, ਮੇਰੇ ਲਈ ਹੁਕਮ ਕਰੋ। ਜਿਸ ਪਰ ਰੁਚ ਹੋਏ ਆਪ ਕੀ ਸੋ ਬਨਹਿ ਆਹਾਰਾ। ਮਹਾਰਾਜ ਭੋਜਨ ਕੀ ਤਿਆਰ ਕਰਾਂ ਉਹ ਵੀ ਦੱਸ ਦਿਓ, ਸੇਵਾ ਕੀ ਕਰਾਂ ਉਹ ਵੀ ਦੱਸ ਦਿਓ। ਕਰਨ ਪਾਰਖਾ ਤਿਨਹੁ ਕੀ ਗੁਰ ਹੁਕਮ ਬਖਾਨਾ। ਹੁਣ ਗੁਲਾਬੇ ਦੀ ਵੀ ਪਰਖ ਸੀ, ਗੁਲਾਬੇ ਨੂੰ ਵੀ ਪਰਖਣਾ, ਪੰਜਾਬੇ ਨੂੰ ਵੀ ਪਰਖਣਾ, ਗੁਆਂਢੀਆਂ ਨੂੰ ਵੀ ਪਰਖਣਾ। ਕਿਉਂ ਪਰਖਣਾ? ਕਿਉਂਕਿ ਸਤਿਗੁਰੂ ਜੀ ਇੱਥੇ ਕੁਝ ਸਮਾਂ ਰਹਿਣਾ ਚਾਹੁੰਦੇ ਨੇ, ਪਰਖਣਾ ਚਾਹੁੰਦੇ ਨੇ ਆਂਢੀਆਂ ਗੁਆਂਢੀਆਂ ਨੂੰ ਵੀ ਇਹ ਕਿੰਨਾ ਕੁ ਜੇ ਇਹਨਾਂ ਨੂੰ ਪਤਾ ਲੱਗ ਜੇ ਕਿੰਨਾ ਕਰੌਲਾ ਪਾਣਗੇ ਵੀ ਗੁਰੂ ਜੀ ਇੱਥੇ ਨੇ। ਉਹ ਸਾਰੀ ਲੀਲਾ ਮਹਾਰਾਜ ਜੀ ਕਰ ਰਹੇ ਨੇ, ਨੀਤੀ ਹੈ। ਪਰ ਆਪਣੇ ਸਿੱਖ ਨੂੰ ਵੀ ਪਰਖਣਾ ਵੀ ਇਹਦੇ ਅੰਦਰ ਕਿੰਨਾ ਕੁ ਹੌਸਲਾ ਹੈ, ਇਹ ਕਿੰਨਾ ਕੁ ਆਪਣੇ ਮਨ 'ਚ ਠਰਮਾ ਰੱਖਦਾ। ਤੋ ਸਤਿਗੁਰੂ ਜੀ ਪਰਖ ਕਰਨ ਵਾਸਤੇ ਗੁਲਾਬੇ ਦੀ ਉਸ ਵੇਲੇ ਬੋਲੇ। ਆਮਿਖਿਆ ਨਹੁ ਛਾਂਗ ਇੱਕ ਝਟਕੈ ਨਿਜ ਪਾਨਾ। ਮਹਾਰਾਜ ਜੀ ਕਹਿੰਦੇ ਗੁਲਾਬਿਆ ਇੱਕ ਚਟੰਗਾ ਲੈ ਕੇ ਆ ਸੀ ਉਹਦਾ ਸ਼ਿਕਾਰ ਖੇਡਣ। ਮਹਾਰਾਜ ਗਰੀਬ ਨਵਾਜ ਪਰਖਣ ਵਾਸਤੇ ਨਾ ਸਿੱਖ ਦੀ ਪਰਖ ਕਰਨੀ ਆ ਵੀ ਇਹਦੇ ਅੰਦਰ ਕਿੰਨਾ ਕੁ ਹੌਸਲਾ ਹੈ, ਵੀ ਜੇ ਲੋੜ ਪੈ ਜੇ ਤੇ ਕਿੰਨਾ ਕੁ ਚਿਹਰੇ ਦਾ ਧੀਰਜ ਡਗਮਗਾਏਗਾ ਨਾ। ਕਲਗੀਧਰ ਪਾਤਸ਼ਾਹ ਨੇ ਫਿਰ ਗੁਆਂਢੀ ਵੀ ਪਰਖਣੇ ਸੀ, ਉਹਦੇ ਵਾਸਤੇ ਸਾਰੀ ਲੀਲਾ ਹੋ ਰਹੀ ਹੈ। ਮਹਾਰਾਜ ਜੀ ਕਹਿੰਦੇ ਗੁਲਾਬਿਆ ਅਸੀਂ ਸ਼ਿਕਾਰ ਖੇਡਣਾ,
ਇਸ ਕਰਕੇ ਇੱਕ ਸ਼ਿਕਾਰ ਲੈ ਕੇ ਆ, ਆਪਣੇ ਹੱਥੀਂ ਝਟਕਾਂਗੇ। ਤਬ ਹੈ ਗੁਲਾਬੇ ਖੋਜ ਕੈ ਦੇ ਮੋਲ ਸੋ ਲਿਆਇਓ। ਭਾਈ ਗੁਲਾਬਾ ਜੀ ਗਏ, ਮਹਾਰਾਜ ਜੀ ਦਾ ਹੁਕਮ ਮੰਨ ਕੇ ਕਿਤੋਂ ਮੁੱਲ ਖਰੀਦ ਕੇ ਲੈ ਕੇ ਆਏ। ਸ੍ਰੀ ਪ੍ਰਭ ਕੇ ਟਿਗਲੇ ਗਇਓ ਤਹ ਖਰੇ ਟਿਕਾਇਓ। ਸਤਿਗੁਰੂ ਜੀ ਦੇ ਕੋਲ ਜਾ ਕੇ ਟਿਕਾ ਦਿੱਤਾ। ਤੁਪਕ ਮਾਰ ਝਟਕਾ ਕਰਿਓ ਪਾ ਸ਼ਬਦ ਉਚੇਰੇ। ਮਹਾਰਾਜ ਜੀ ਸ਼ਿਕਾਰ ਖੇਡਦੇ ਆ, ਜੀਵਾਂ ਦਾ ਵੀ ਅੱਗੇ ਵੀ ਸ਼ਿਕਾਰ ਖੇਡਦੇ ਆ। ਅੱਜ ਮਹਾਰਾਜ ਜੀ ਨੇ ਲੀਲਾ ਵਰਤਾਈ ਵੀ ਗੁਲਾਬੇ ਦਾ ਹਿਰਦਾ ਕਿੰਨਾ ਕੁ ਕੰਬਦਾ। ਵੇਖਣ ਵਾਸਤੇ ਨਾ ਮਹਾਰਾਜ ਜੀ ਨੇ ਬੰਦੂਕ ਭਰ ਲਈ। ਬੰਦੂਕ ਭਰ ਕੇ ਜਿਹੜਾ ਉਹ ਚਟੰਗਾ ਸੀ ਉਹਨੂੰ ਬੰਦੂਕ ਦੇ ਨਾਲ ਝਟਕਿਆ। ਮਾਰ ਸ਼ਿਕਾਰ ਕਰਨਾ ਕਹਿੰਦੇ ਆ। ਮਹਾਰਾਜ ਜੀ ਨੇ ਬੰਦੂਕ ਦੇ ਨਾਲ ਸ਼ਿਕਾਰ ਕੀਤਾ ਤੇ ਇੱਕਦਮ ਖੜਾਕ ਦੀ ਆਵਾਜ਼ ਆਈ। ਆਂਢ ਗੁਆਂਢ ਪੂਰੇ ਮਾਛੀਵਾੜੇ 'ਚ ਆਵਾਜ਼ ਫੈਲ ਗਈ ਵੀ ਬੰਦੂਕ ਦੀ ਗੋਲੀ ਚੱਲੀ ਐ। ਸੁਣਤ ਗੁਲਾਬਾ ਥਰ ਹਰਿਓ ਬਿਦਤੈ ਨਰ ਹੇਰੇ। ਕਿਉਂਕਿ ਆਂਢ ਗੁਆਂਢ ਵੀ ਪਰਖਣਾ ਸੀ ਨਾ, ਤੇ ਅੱਗੇ ਆਲੇ ਦੁਆਲੇ ਦੁਸ਼ਮਣਾਂ ਦੀਆਂ ਫੌਜਾਂ ਲੱਭੀਆਂ ਫਿਰਦੀਆਂ ਨੇ। ਉਧਰ ਗੋਲੀ ਚੱਲੀ ਹੈ ਤੇ ਗੋਲੀ ਚੱਲੇ ਤੇ ਤਾਂ ਆਵਾਜ਼ ਸੁਭਾਵਿਕ ਸੀ, ਲੋਕ ਵੀ ਉਹਨਾਂ ਨੇ ਵੀ ਰੌਲਾ ਪਾਣਾ ਸੀ ਆਲੇ ਦੁਆਲੇ। ਗੁਲਾਬਾ ਵੇਖ ਕੇ ਦਹਿਲ ਗਿਆ, ਆਹ ਕੀ ਕਰ ਦਿੱਤਾ ਗੁਰੂ ਜੀ ਨੇ, ਤਾਂ ਗੋਲੀ ਨਾਲ ਸ਼ਿਕਾਰ ਕੀਤਾ ਇਹਦਾ। ਇੱਕਦਮ ਗੁਲਾਬੇ ਦਾ ਜਿਹੜਾ ਮਨ ਸੀ ਉਹ ਡਰ ਗਿਆ, ਭੈ ਭੀਤ ਹੋ ਗਿਆ। ਇੱਕ ਦਿਸ਼ ਹੋ ਤੋ ਪੜੋਸ ਕੋ ਘਰ ਦਿਜ ਕੋ ਬਾਸਾ। ਜਿੱਥੇ ਗੁਲਾਬਾ ਰਹਿੰਦਾ ਸੀ ਉਹਦੇ ਇੱਕ ਪਾਸੇ ਇੱਕ ਬ੍ਰਾਹਮਣ ਦਾ ਘਰ ਸੀ, ਦੇਜ ਇੱਕ ਬ੍ਰਾਹਮਣ ਦਾ ਘਰ ਸੀ। ਦੂਤੀਏ ਦਿਸ਼ਾ ਸੈਯਦ ਬਸੈ ਬਹੁ ਨਿਕਟ ਆਵਾਸਾ। ਤੇ ਦੂਜੇ ਪਾਸੇ ਇੱਕ ਸੈਯਦ ਦਾ ਘਰ ਸੀ। ਇੱਕ ਪਾਸੇ ਬ੍ਰਾਹਮਣ ਦਾ ਘਰ ਸੀ ਤੇ ਨਾਲ ਦਾ ਦੂਸਰਾ ਘਰ ਜਿਹੜਾ ਸੀ ਉਹ ਸੈਯਦ ਦਾ ਸੀ। ਪਿਪਰ ਬਿਲੋਕੇ ਉਕਸ ਕੈ ਗੁਰ ਰੂਪ ਪਛਾਨੇ। ਉਧਰ ਜਿਹੜਾ ਬ੍ਰਾਹਮਣ ਸੀ ਉਹਨੇ ਜਦੋਂ ਗੋਲੀ ਦੀ ਆਵਾਜ਼ ਸੁਣੀ ਨਾ, ਇੱਕਦਮ ਉਹਨੇ ਕੰਧ ਤੋਂ ਏਦਾਂ ਮੁੰਡੀ ਜੀ ਉੱਤੇ ਚੁੱਕ ਕੇ ਵੇਖਿਆ ਵੀ ਕੀ ਹੋਇਆ। ਉਹਨੇ ਵੇਖਿਆ ਵੀ ਇਹ ਤਾਂ ਕਲਗੀਧਰ ਜੀ ਬੈਠੇ ਨੇ, ਸ਼ਿਕਾਰ ਖੇਡਿਆ ਸਤਿਗੁਰਾਂ ਨੇ। ਉਹ ਵੇਖ ਕੇ ਇੱਕਦਮ ਆਗੇ ਗਇਓ ਆਨੰਦਪੁਰ ਤਹ ਦਰਸ਼ਨ ਠਾਨੇ। ਉਹ ਜਿਹੜਾ ਬ੍ਰਾਹਮਣ ਸੀ ਉਹ ਗੁਰੂ ਸਾਹਿਬ ਨੂੰ ਪਛਾਣਦਾ ਸੀ, ਕਿਉਂਕਿ ਉਹ ਪਹਿਲਾਂ ਵੀ ਆਨੰਦਪੁਰ ਸਾਹਿਬ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਗਿਆ ਹੋਇਆ ਸੀ। ਡਾਰ ਪਤਾਸੇ ਥਾਲ ਮਹਿ ਧਰ ਬੀਚ ਜਨੇਊ। ਇਹਨੇ ਨਾ ਥਾਲ ਦੇ ਵਿੱਚ ਪਤਾਸੇ ਧਰ ਕੇ ਮਿਠਾਸ ਕੇ ਮਹਾਰਾਜ, ਉਹ ਪਤਾਸੇ ਤੇ ਜਨੇਊ ਰੱਖਣ ਦਾ ਮਤਲਬ ਸੀ ਕਿ ਮਹਾਰਾਜ ਮੈਂ ਧਰਮੀ ਕਰਮੀ ਆ ਤੇ ਤੁਹਾਡੇ ਨਾਲ ਮਿਲ ਕੇ ਰਹਾਂਗਾ। ਉਹ ਨੀਤੀ ਸੀ ਦੱਸਣ ਦੀ, ਕਿਉਂਕਿ ਬੋਲ ਕੇ ਜੇ ਕਹਿੰਦਾ ਉੱਥੇ ਹੋਰ ਵੀ ਲੋਕ ਹੋਣਗੇ ਵੀ ਬੋਲ ਕੇ ਕਹਿ ਰਿਹਾ ਹੈ ਪੰਡਤ ਖਬਰੇ ਕੀ ਕਹਿ ਰਿਹਾ ਹੈ। ਨੀਤੀ ਇਹ ਸੀ ਵੀ ਪਤਾਸੇ ਰੱਖ ਦਿੱਤੇ ਨੇ ਤੇ ਜਨੇਊ ਰੱਖ ਦਿੱਤਾ ਕਿ ਮਹਾਰਾਜ ਤੁਸੀਂ ਸਾਡੇ ਇਸ ਤਿਲਕ ਜੰਜੂ ਦੀ ਰਾਖੀ ਵਾਸਤੇ ਸਾਡੇ ਤੇ ਬੜਾ ਪਰਉਪਕਾਰ ਕਰ ਰਹੇ ਹੋ। ਤੇ ਪਤਾਸਿਆਂ ਦਾ ਮਤਲਬ ਸੀ ਮਹਾਰਾਜ ਤੁਹਾਡੇ ਨਾਲ ਪ੍ਰੇਮ ਪਾ ਕੇ ਰਹਾਂਗੇ। ਉਹਨੇ ਉਹ ਥਾਲ ਦੇ ਵਿੱਚ ਪਤਾਸੇ ਤੇ ਜਨੇਊ ਰੱਖਿਆ, ਕਲਗੀਧਰ ਜੀ ਕੋਲ ਲੈ ਕੇ ਆਇਆ। ਆਨ ਅਚਾਨਕ ਘਰ ਬਰਿਓ ਨਹਿ ਰੋਕਿਓ ਕੋ। ਅਚਾਨਕ ਹੀ ਉਹ ਘਰ ਆਣ ਵੜਿਆ, ਉਹਨੂੰ ਕਿਸੇ ਨੇ ਨਹੀਂ ਰੋਕਿਆ। ਗੁਰ ਕੋ ਆਸ਼ਿਕ ਦੇ ਕਰ ਧਰ ਥਾਲ ਅਗਾਰੀ। ਉਹ ਥਾਲ ਇਹਨੇ ਸਤਿਗੁਰਾਂ ਦੇ ਅੱਗੇ ਲਿਆ ਕੇ ਰੱਖਿਆ। ਪੰਜ ਮੋਹਰ ਨਿਜ ਹੱਥ ਲੈ ਪ੍ਰਭ ਤਿਸ ਮਹਿ ਡਾਰੀ। ਮਹਾਰਾਜ ਜੀ ਨੇ 5 ਸ਼ਰਫੀਆਂ ਸੋਨੇ ਦੀਆਂ ਕੱਢ ਕੇ ਉਹਦੇ ਵਿੱਚ ਪਾ ਦਿੱਤੀਆਂ ਥਾਲ ਵਿੱਚ। ਪੁਨ ਅਸੀਸ ਕੋ ਬਿਪਰ ਦੇ ਨਿਜ ਸਦਨ ਪਹੁੰਚਾ। ਉਹ ਗੁਰੂ ਸਾਹਿਬ ਨੂੰ ਅਸੀਸਾਂ ਦਿੰਦਾ ਹੋਇਆ ਨਾ ਬ੍ਰਾਹਮਣ ਵਾਪਸ ਆਪਣੇ ਘਰ ਆ ਗਿਆ। ਡਰੇ ਗੁਲਾਬ ਪੰਜਾਬ ਉਰ ਨਹਿ ਬੋਲਤ ਉੱਚਾ। ਹੁਣ ਗੁਲਾਬਾ ਵੀ ਡਰਿਆ ਤੇ ਪੰਜਾਬਾ ਵੀ ਡਰਿਆ, ਉਹ ਤਾਂ ਸਾਹ ਨਹੀਂ ਉੱਚਾ ਲੈਂਦੇ। ਵੀ ਨਾਲ ਬਾਹਮਣ ਨੂੰ ਲੱਗ ਗਿਆ ਪਤਾ ਇੱਧਰ ਸੈਯਦ ਦਾ ਘਰ ਹੈ। ਨਾਲ ਹੀ ਕਾਜੀ ਰਹਿੰਦਾ ਸੀ ਇੱਕ, ਉਹ ਮਸੀਤ ਨੇੜੇ ਸੀ, ਉਹ ਕਾਜੀ ਵੀ ਰਹਿੰਦਾ ਸੀ। ਹੁਣ ਇਹਨਾਂ ਦੇ ਮਨ ਵਿੱਚ ਬੜਾ ਡਰ ਬਣਿਆ ਹੋਇਆ, ਦੋਵੇਂ ਉੱਚਾ ਸਾਹ ਨਹੀਂ ਲੈਂਦੇ ਨਾ ਉੱਚਾ ਬੋਲਦੇ ਨੇ। ਜਾਨ ਜਾਏ ਪੁਰ ਨਗਰ ਸਭ ਮੁਝੇ ਆਨ ਗਹਿ ਹੈ। ਕਹਿੰਦੇ ਜੇ ਪਿੰਡ ਨੂੰ ਪਤਾ ਲੱਗ ਗਿਆ ਤੇ ਆ ਕੇ ਮੈਨੂੰ ਫੜ ਲੈਣਗੇ ਤੁਰਕ। ਸਿਪਾਹੀ ਤੁਰਕਾਂ ਦੇ ਫਿਰਦੇ ਨੇ, ਉਹ ਆ ਕੇ ਮੈਨੂੰ ਪਕੜ ਲੈਣਗੇ। ਜਤਨ ਛੁਟਨ ਕੋ ਪੁਨ ਕਹਾ ਨਾਹਕ ਮਰ ਜੈ ਹੈ। ਕਹਿੰਦੇ ਫਿਰ ਛੁੱਟਣ ਦਾ ਯਤਨ ਨਹੀਂ ਹੋਣਾ, ਨਾਹਕ ਬਿਨਾਂ ਗੱਲ ਤੋਂ ਮਾਰਿਆ ਜਾਵਾਂਗਾ, ਬਿਨਾਂ ਕਾਰਨ ਤੋਂ ਮਾਰੇ ਜਾਵਾਂਗੇ। ਪਿਪਰ ਬਿਲੋ ਕੇ ਜਾਨ ਸਭ ਨਹਿ ਕਛੂ ਉਚਾਰੀ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਲੀਲਾ ਕਰ ਰਹੇ ਨੇ। ਗਰੀਬ ਨਵਾਜ ਪਾਤਸ਼ਾਹ ਨੇ ਕਾਜੀ ਵੀ ਪਰਖਿਆ। ਕਾਜੀ ਜਿਹੜਾ ਸੀ ਉਹ ਵੀ ਵੇਖੀ ਜਾਏ ਡੋਰ ਭੋਰ ਹੋ ਕੇ ਕੀ ਬਣਿਆ।
ਉਧਰ ਉਹ ਬ੍ਰਾਹਮਣ ਜਿਹੜਾ ਗੁਆਂਢੀ ਸੀ ਉਹ ਤਾਂ ਹੁਣ ਚੁੱਪ ਹੀ ਰਿਹਾ, ਉਹ ਨਹੀਂ ਮੁੜ ਕੇ ਉਕਸਿਆ ਨਾ ਬੋਲਿਆ। ਦੇਖਤ ਸੈਯਦ ਬਹੁ ਸਿਓ ਬੋਲਤ ਦੇ ਗਾਰੀ। ਤੇ ਲਾਗੇ ਜਿਹੜਾ ਸੈਯਦ ਸੀ ਨਾ, ਕੀ ਕੀਤਾ ਮਹਾਰਾਜ ਜੀ ਨੇ ਖੇਡ ਵਰਤਾਈ। ਕੁਝ ਜਿਹੜੇ ਸ਼ੰਖ ਸਨ ਉਹ ਸ਼ਿਕਾਰ ਕੀਤਾ ਸੀ ਜਿਹੜਾ, ਉਹਦੀਆਂ ਹੱਡੀਆਂ ਵਗੈਰਾ ਜਿਹੜੀਆਂ ਨੇ ਉਹ ਸੈਯਦ ਦੇ ਘਰ ਸੁੱਟੀਆਂ, ਕੁਝ ਉਸ ਪੰਡਤ ਦੇ ਘਰ ਵੀ ਸੁੱਟੀਆਂ। ਪੰਡਤ ਤਾਂ ਨਹੀਂ ਬੋਲਿਆ, ਉਹਨੂੰ ਪਤਾ ਸੀ ਵੀ ਗੁਰੂ ਸਾਹਿਬ ਨੇ, ਪਰ ਉਹ ਸੈਯਦ ਜਿਹੜਾ ਸੀ ਉਹ ਬੋਲ ਪਿਆ। ਬੜੀ ਉਹ ਪਰਖ ਹੋ ਰਹੀ ਸੀ ਵੀ ਪੰਡਤ ਬੋਲਦਾ ਕੁਝ ਕਹਿੰਦਾ, ਵੀ ਜਿਹਦੇ ਘਰ ਜਦੋਂ ਹੱਡੀਆਂ ਸੁੱਟਾਂਗੇ ਰੌਲਾ ਪਾਏਗਾ ਫੜਾਉਣ ਵਾਸਤੇ। ਉਹ ਨਹੀਂ ਬੋਲਿਆ। ਪਰ ਜਿਹੜਾ ਸੈਯਦ ਸੀ, ਮਹਾਰਾਜ ਜੀ ਨੇ ਜਦੋਂ ਉਹਦੇ ਘਰ ਸੁੱਟੀਆਂ ਹੱਡੀਆਂ ਤੇ ਉਹ ਇੱਕਦਮ ਰੌਲਾ ਪਾਉਣ ਲੱਗ ਪਿਆ, ਬੋਲਿਆ ਗਾਲਾਂ ਕੱਢਦਾ ਹੋਇਆ। ਸੁਨੋ ਗੁਲਾਬੇ ਮੰਦ ਮਤ ਹਮ ਪਰਦਾ ਢਾਕਾ। ਕਹਿੰਦਾ ਉਹ ਗੁਲਾਬਿਆ ਮਾੜੀ ਮਤ ਵਾਲਿਆ, ਮੈਂ ਤੇਰਾ ਪਰਦਾ ਟੱਕਿਆ ਹੋਇਆ, ਮੈਨੂੰ ਪਤਾ ਨਹੀਂ ਤੇਰੇ ਘਰ ਕੌਣ ਆਇਆ ਹੋਇਆ। ਉਹ ਸੈਯਦ ਬੋਲਿਆ, ਕਹਿੰਦਾ ਮੈਂ ਤੇਰਾ ਪਰਦਾ ਟੱਕਿਆ ਹੋਇਆ। ਸਿੰਘ ਦੁਰਾਏ ਸਦਨ ਮਹਿ ਤੁਝ ਭੈ ਨਹਿ ਕਾਕਾ। ਤੂੰ ਆਪਣੇ ਘਰ 'ਚ ਸਿੰਘ ਲੁਕਾਏ। ਉਹਨੂੰ ਇਹ ਨਹੀਂ ਸੀ ਪਤਾ ਵੀ ਗੁਰੂ ਜੀ ਨੇ, ਉਹ ਇਹੀ ਸਮਝਦਾ ਸੀ ਵੀ ਸਿੰਘ ਨੇ। ਉਹ ਕਹਿੰਦਾ ਵੀ ਤੂੰ ਆਪਣੇ ਘਰ ਸਿੰਘ ਲੁਕਾਏ ਹੋਏ ਨੇ। ਹਾਂਜੀ, ਹੋਨੇ ਦੇਹੋ ਪ੍ਰਭਾਤ ਕੋ ਹਮ ਜਾਏ ਪੁਕਾਰੇ। ਰਾਤ ਦਾ ਵੇਲਾ ਸੀ, ਕਹਿੰਦਾ ਕੋਈ ਨਹੀਂ, ਦਿਨ ਚੜਨ ਦੇ ਕੱਲ ਨੂੰ ਮੈਂ ਜਾ ਕੇ ਸਵੇਰੇ ਹੀ ਪੁਕਾਰ ਕਰਾਂਗਾ ਸਿਪਾਹੀਆਂ ਕੋਲ, ਔਰ ਤੈਨੂੰ ਵੀ ਫੜਾਵਾਂਗਾ ਤੇ ਆ ਜਿਹੜੇ ਤੇਰੇ ਘਰ ਸਿੰਘ ਉਤਰੇ ਹੋਏ ਨੇ ਇਹਨਾਂ ਨੂੰ ਵੀ ਗ੍ਰਿਫਤਾਰ ਕਰਾਵਾਂਗਾ। ਪਾਤਸ਼ਾਹ ਕੇ ਲਿਆਏ ਨਰ ਘਰ ਤੋਹੇ ਦਿਖਾਰੇ। ਮੈਂ ਬਾਦਸ਼ਾਹ ਦੇ ਸਿਪਾਹੀਆਂ ਨੂੰ ਲਿਆ ਕੇ ਤੇਰਾ ਘਰ ਵਿਖਾਵਾਂਗਾ। ਪੇਟ ਚਾਕ ਤੁਵ ਕੁਟੰਬ ਕੋ ਗਹਿ ਸੋ ਕਰਵਾਵੇ। ਤੇ ਮੈਂ ਕਹਿ ਕੇ ਸਿਪਾਹੀਆਂ ਨੂੰ ਤੇਰਾ ਤੇ ਤੇਰੇ ਟੱਬਰ ਦਾ ਪੇਟ ਚਾਕ ਕਰਾਵਾਂਗਾ। ਪੇਟ ਚਾਕ ਦਾ ਮਤਲਬ ਹੁੰਦਾ ਵੀ ਢਿੱਡ ਪਾੜ ਦੇਣਗੇ ਉਹ ਸ਼ਸਤਰਾਂ ਨਾਲ। ਤੁਹਾਡੇ ਢਿੱਡ 'ਚ ਜੋ ਹੋਵੇਗਾ ਉਹ ਤੁਹਾਨੂੰ ਦੱਸਣਾ ਪਏਗਾ। ਤੁਹਾਡਾ ਸਾਰਿਆਂ ਦਾ ਮੈਂ ਨਾਸ਼ ਕਰਾਵਾਂਗਾ। ਹਮਰੇ ਘਰ ਮਹਿ ਅਸਥ ਇਹ ਨਿਰਭੈ ਗਿਰਵਾਵੇ। ਆ ਨਿਰਭੈ ਹੋ ਕੇ ਸਾਡੇ ਘਰ ਦੇ ਵਿੱਚ ਅਸਥੀਆਂ ਪਾ ਰਹੇ ਹੋ। ਤਬ ਹੈ ਗੁਲਾਬ ਪੰਜਾਬ ਡਰ ਤਿੰਨ ਢਿੱਗ ਕਰ ਜੋਰੇ। ਗੁਲਾਬੇ ਤੇ ਪੰਜਾਬੇ ਨੇ ਸੈਯਦ ਦੇ ਅੱਗੇ ਹੱਥ ਜੋੜ ਲਏ ਡਰ ਕੇ ਨਾ, ਜਦੋਂ ਬੋਲਿਆ ਨਾ ਉੱਚਾ ਜਿਹਾ, ਇਹਨਾਂ ਦੋਹਾਂ ਭਰਾਵਾਂ ਨੇ ਹੱਥ ਜੋੜ ਲਏ। ਕਰਹੋ ਛਿਮਾ ਤੁਮ ਆਜ ਕੀ ਇਹ ਗਮਨੈ ਭੋਰੇ। ਕਹਿਣ ਲੱਗਾ ਜੀ ਬਸ ਅੱਜ ਦੀ ਤੁਸੀਂ ਛਿਮਾ ਕਰ ਦਿਓ, ਕੱਲ ਨੂੰ ਇਹਨਾਂ ਨੇ ਚਲਾ ਜਾਣਾ ਸਵੇਰੇ। ਕੱਲ ਸਵੇਰ ਹੁੰਦਿਆਂ ਇਹਨਾਂ ਨੂੰ ਇੱਥੋਂ ਅਸੀਂ ਭੇਜ ਦੇਣਾ। ਸਦਾ ਪੜੋਸੀ ਬਸ ਹੋ ਢਿਗ ਇਹ ਕਰੋ ਆਸਾਨਾ। ਕਹਿਣ ਲੱਗੇ ਤੁਸੀਂ ਸਾਡੇ ਗੁਆਂਢੀ ਹੋ, ਗੁਆਂਢੀਆਂ ਵਰਗਾ ਕੋਈ ਸੰਬੰਧੀ ਹੁੰਦਾ? ਆਪਾਂ ਇੰਨੇ ਚਿਰਾਂ ਦੇ ਇਕੱਠੇ ਰਹਿੰਦੇ ਆ, ਤੁਸੀਂ ਸਾਡੇ ਗੁਆਂਢੀ ਹੋ ਤੇ ਸਾਡੇ ਤੇ ਇੰਨਾ ਕੁ ਅਹਿਸਾਨ ਤਾਂ ਕਰ ਦਿਓ, ਬਸ ਅੱਜ ਰਾਤ ਦਾ ਹੀ ਸਾਡਾ ਇਹ ਪਰਦਾ ਕੱਜ ਕੇ ਰੱਖੋ, ਕੱਲ ਸਵੇਰੇ ਅਸੀਂ ਇਹਨਾਂ ਨੂੰ ਇੱਥੋਂ ਰੁਖਸਤ ਕਰ ਦਿਆਂਗੇ। ਹਮ ਅਧੀਨ ਤੁਮਰੇ ਰਹੈ ਹੋ ਪੀਰ ਮਹਾਨਾ। ਸੈਯਦ ਜੀ ਤੁਸੀਂ ਤਾਂ ਪੀਰ ਲੋਕ ਹੋ, ਅਸੀਂ ਤੁਹਾਡੇ ਅਧੀਨ ਹੋ ਕੇ ਰਹਾਂਗੇ। ਮਹਾਰਾਜ ਜੀ ਵੇਖਦੇ ਨੇ ਵੀ ਗੁਲਾਬੇ ਪੰਜਾਬੇ ਦੀ ਵੀ ਬਿਰਤੀ, ਵੀ ਜਿਹੜੇ ਸਾਨੂੰ ਛੱਡ ਕੇ ਉਹਦੀ ਅਧੀਨਗੀ ਮੰਨਣ ਨੂੰ ਖੁੱਲੇ ਕੋਲ ਸਤਿਗੁਰੂ ਜੀ ਬੈਠੇ ਨੇ ਜੀ, ਜਿਹੜੀਆਂ ਉਹਨਾਂ ਸੈਯਦਾਂ ਦੀਆਂ ਕੱਢ ਰਹੇ ਨੇ। ਮਹਾਰਾਜ ਜੀ ਨੇ ਵੇਖਿਆ ਵੀ ਇੱਥੇ ਨਹੀਂ ਬਹੁਤਾ ਸਮਾਂ ਟਿਕਿਆ ਜਾਣਾ, ਨਾ ਇਹਨਾਂ ਜਿਨ੍ਹਾਂ ਦੇ ਘਰ ਬੈਠੇ ਆ ਉਹ ਬਲੀ ਨੇ ਧਰਮ 'ਚ, ਨਾ ਗੁਆਂਢੀ, ਉਹ ਵੀ ਡੋਲੇ ਹੋਏ ਨੇ। ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਫਿਰ ਉਹ ਵੇਖਣਾ ਵੀ ਚਾਹੁੰਦੇ ਆ ਵੀ ਕਿੰਨਾ ਕੁ ਲੋਭ ਦਿੱਤਿਆਂ ਇਹ ਮੂੰਹ ਬੰਦ ਕਰ ਲੈਂਦੇ ਆ। ਇਹ ਵੀ ਸਤਿਗੁਰੂ ਜੀ ਪਰਖ ਰਹੇ ਨੇ, ਵੇਖਣਾ ਸੀ ਵੀ ਸੈਯਦ ਨੂੰ ਕਿੰਨਾ ਕੁ ਲੋਭ ਦਈਏ ਤੇ ਚੁੱਪ ਕਰ ਜਾਏਗਾ। ਫਿਰ ਵੇਖਿਆ ਵੀ ਤਾਂ ਲੋਭੀ ਨੇ, ਅੱਜ ਜਿੰਨੀਆਂ ਸ਼ਰਫੀਆਂ ਅਸੀਂ ਦੇਾਂਗੇ ਕੱਲ ਨੂੰ ਕੋਈ ਵੱਧ ਦੇਗਾ ਤੇ ਉਹਦੇ ਵੱਲ ਹੋ ਜਾਣਗੇ। ਇਦਾਂ ਦੇ ਲੋਕ ਨੇ, ਇੱਥੇ ਰਿਹਾ ਨਹੀਂ ਜਾਣਾ। ਇਹ ਬੜੀ ਵੱਡੀ ਦੂਰ ਅੰਦੇਸ਼ੀ ਸੀ ਕਲਗੀਧਰ ਪਾਤਸ਼ਾਹ ਦੀ, ਨਿਰਭੈਤਾ ਵੀ ਹੈ। ਨਹੀਂ ਤਾਂ ਗਰੀਬ ਨਵਾਜ ਪਾਤਸ਼ਾਹ ਚੁੱਪਚਾਪ ਚੋਰੀ ਛਿਪੇ ਵੀ ਦਰਵਾਜ਼ੇ ਬੰਦ ਕਰਕੇ ਰਹਿ ਸਕਦੇ ਸੀ ਉੱਥੇ, ਪਰ ਮੇਰੇ ਸਤਿਗੁਰਾਂ ਦੀ ਨਿਡਰਤਾ ਵੀ ਹੈ। ਕਿਉਂਕਿ ਅਖੀਰ ਨੂੰ ਬੰਦਾ ਜਦੋਂ ਲੁਕ ਛਿਪ ਕੇ ਰਹਿੰਦਾ ਹੈ, ਲੁਕਣ ਛਿਪਣ ਤੋਂ ਬਾਅਦ ਆਲੇ ਦੁਆਲੇ ਹੌਲੇ ਹੌਲੇ ਤਾਂ ਕਰਸੋ ਹੁੰਦੀ ਹੈ ਨਾ, ਨਾਲੇ ਲੁਕ ਛਿਪ ਕੇ ਕਿੰਨਾ ਕੁ ਚਿਰ ਰਿਹਾ ਜਾ ਸਕਦਾ, ਅਖੀਰ ਨੂੰ ਤਾਂ ਪ੍ਰਗਟ ਹੋਣਾ ਹੀ ਪੈਣਾ। ਤੋ ਗਰੀਬ ਨਵਾਜ ਪਾਤਸ਼ਾਹ ਜੀ ਸਾਰੀਆਂ ਪਰਖਾਂ ਕਰ ਰਹੇ ਨੇ। ਫਿਰ ਸਤਿਗੁਰਾਂ ਦੀ ਨਿਰਭੈਤਾ ਦਾ ਕੈਸਾ ਕਮਾਲ ਹੈ, ਕੋਈ ਖੌਫ ਨਹੀਂ। ਗੁਲਾਬਾ ਡਰਿਆ ਫਿਰਦਾ ਹੈ, ਪੰਜਾਬਾ ਡਰਿਆ ਫਿਰਦਾ ਹੈ,
ਪਰ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਨਿਡਰ ਨੇ। ਇਹ ਸੈਯਦਾਂ ਨੂੰ ਕਹਿੰਦਾ, ਸੈਯਦ ਜੀ ਤੁਸੀਂ ਪੀਰ ਲੋਕ ਹੋ, ਸਾਡੇ ਗੁਆਂਢੀ ਹੋ, ਸਾਡੇ ਤੇ ਅਹਿਸਾਨ ਕਰੋ, ਅਸੀਂ ਤੁਹਾਡੀ ਅਧੀਨਗੀ ਮੰਨਾਂਗੇ ਸਾਰੀ ਜ਼ਿੰਦਗੀ। ਨਹਿ ਬਰਜੇ ਤੇ ਜਬ ਹਟੇ ਗੁਰ ਮੋਹਰ ਬਗਾਈ। ਉਹ ਸੈਯਦ ਨਹੀਂ ਟਿਕੇ। ਮਹਾਰਾਜ ਜੀ ਵੇਖਦੇ ਸੀ ਵੀ ਇਹਨਾਂ ਦੇ ਕਹਿਣ ਤੇ ਮਿੰਨਤ ਤਰਲਾ ਕਰਨ ਤੇ ਰੁਕ ਜਾਂਦੇ ਆ ਕਿ ਪੈਸੇ ਦਿੱਤਿਆਂ ਰੁਕਣਗੇ। ਇੱਕ ਤਾਂ ਹੁੰਦਾ ਵੀ ਕੋਈ ਗੱਲਬਾਤ ਨਾਲ ਮੰਨ ਜਾਂਦਾ ਵੀ ਜੇ ਤਾਂ ਗੱਲਬਾਤ ਨਾਲ ਮੰਨ ਗਏ ਫਿਰ ਵੀ ਸਮਝਾਂਗੇ ਵੀ ਚਲੋ ਕੋਈ ਥੋੜਾ ਬਹੁਤਾ ਕਿਰਦਾਰ ਹੈ। ਵੇਖਿਆ ਵੀ ਇਹਨਾਂ ਦੀ ਮੰਨੀ ਨਹੀਂ ਉਹਨਾਂ ਨੇ, ਉਹ ਫਿਰ ਬੋਲੀ ਜਾਣ, ਕਹਿੰਦੇ ਅਸੀਂ ਨਹੀਂ ਮੰਨਦੇ, ਤੂੰ ਗੁਆਂਢੀ ਹੈ, ਅਸੀਂ ਤਾਂ ਸਿਪਾਹੀਆਂ ਕੋਲ ਸ਼ਿਕਾਇਤ ਕਰਾਂਗੇ, ਸਵੇਰੇ ਲਿਆਵਾਂਗੇ ਤੇਰੇ ਘਰ। ਕਲਗੀਧਰ ਜੀ ਵੇਖ ਰਹੇ ਨੇ ਬੈਠਿਆਂ। ਪਰੀ ਸਦਨ ਮਹਿ ਦੇਖ ਕੈ ਬੀਨਤ ਸਮੁਦਾਈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਦੋਂ ਵੇਖਿਆ ਨਾ ਵੀ ਉਹ ਅਸਥੀਆਂ ਜਿਹੜੀਆਂ ਉਹਨਾਂ ਦੇ ਘਰ 'ਚ ਪਈਆਂ ਉਹ ਚੁੱਕਦੇ ਨੇ ਇਕੱਠੀਆਂ ਕਰਕੇ। ਅਧਿਕ ਦਰਬ ਕੇ ਲੋਭ ਮਹਿ ਲੈ ਤੂਛਨ ਹੋਏ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਨਾ ਮੁੱਠ ਭਰ ਕੇ ਅਸ਼ਰਫੀਆਂ ਦੀ ਉਹਨਾਂ ਦੇ ਘਰ ਵਿਹੜੇ ਤੇ ਸੁੱਟ ਦਿੱਤੀ। ਜਦੋਂ ਅਸ਼ਰਫੀਆਂ ਸੁੱਟੀਆਂ ਤੇ ਇੱਕਦਮ ਉਹ ਸਾਰਾ ਕੁਝ ਲੋਭ ਦੇ ਪ੍ਰੇਰਿਆ ਸ਼ਰਫੀਆਂ ਚੁੱਕਣ ਲੱਗ ਪਏ। ਮਹਾਰਾਜ ਕਹਿੰਦੇ ਆਹ ਕਰਦਾਰ ਹੈ ਇਹਨਾਂ ਦਾ। ਜੇ ਏਡੇ ਇਮਾਨਦਾਰ ਹੁੰਦੇ ਸਰਕਾਰ ਦੇ ਤੇ ਫਿਰ ਇਹ ਲਾਲਚੀ ਨਾ ਹੁੰਦੇ। ਇਹ ਕਹਿੰਦੇ ਨਹੀਂ ਜੀ ਅਸੀਂ ਤਾਂ ਬਾਦਸ਼ਾਹ ਕੋਲ ਜਾਂ ਸਿਪਾਹੀਆਂ ਕੋਲ ਹੀ ਪੁਕਾਰ ਕਰਾਂਗੇ। ਮਹਾਰਾਜ ਜੀ ਨੇ ਵੇਖਿਆ ਵੀ ਲੋਭ ਦਿੱਤਿਆਂ ਇਹ ਸ਼ਾਂਤ ਹੋ ਗਏ ਨੇ, ਗੱਲਬਾਤ ਨਾਲ ਨਹੀਂ ਮੰਨੇ ਪਹਿਲਾਂ, ਪਰ ਅਸ਼ਰਫੀਆਂ ਜਦੋਂ ਸੁੱਟੀਆਂ ਤੇ ਚੁਣਨ ਲੱਗ ਪਏ ਤੇ ਫਿਰ ਬਿਲਕੁਲ ਹੀ ਚੁੱਪ ਕਰ ਗਏ। ਫਿਰ ਗੁਰੂ ਪਾਤਸ਼ਾਹ ਨੇ ਵੇਖਿਆ ਵੀ ਲੋਭ ਦੇ ਕੇ 2-4 ਦਿਨ ਇਹਨਾਂ ਕੋਲ ਕੱਟੇ ਜਾ ਸਕਦੇ ਨੇ, ਪਰ ਜੇ ਕਿਤੋਂ ਬਾਹਰੋਂ ਇਹਨਾਂ ਨੂੰ ਵੱਧ ਲੋਭ ਮਿਲ ਗਿਆ ਤੇ ਫਿਰ ਇਹ ਭਰੋਸੇਯੋਗ ਨਹੀਂ ਹਨ, ਇਹ ਫਿਰ ਡੋਲ ਜਾਣਗੇ। ਇਹ ਵੀ ਸਤਿਗੁਰੂ ਜੀ ਸਾਰੀ ਪੜਤਾਲ ਹੋ ਰਹੀ ਆ ਨਾਲ ਨਾਲ। ਬੜੀ ਗੂੜੀ ਮਹਾਰਾਜ ਸੱਚੇ ਪਾਤਸ਼ਾਹ ਜੀ ਵਿਚਾਰ ਜਿਹੜੀ ਹੈ ਉਹ ਨਾਲ ਨਾਲ ਇੱਥੇ ਚੱਲ ਰਹੀ ਹੈ। ਹਾਂਜੀ। ਨਹਿ ਉਕਸੇ ਬੋਲੇ ਨਾ ਪੁਨ ਪਰ ਘਰ ਮਹਿ ਸੋਏ। ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਮੋਹਰਾਂ ਸੁੱਟੀਆਂ ਨਾ ਘਰ ਚੋਂ ਚੁਣਨ ਲੱਗ ਪਏ, ਫਿਰ ਨਹੀਂ ਬੋਲੇ, ਚੁੱਪ ਕਰਕੇ ਅੰਦਰ ਹੀ ਵੜ ਗਏ। ਫਿਰ ਨਹੀਂ ਇਹਨਾਂ ਨੇ ਆਖਿਆ ਜੀ ਤੁਸੀਂ ਸਾਡੇ ਨਾਲ ਆਹ ਕੀਤਾ ਉਹ ਕੀਤਾ, ਬਿਲਕੁਲ ਚੁੱਪਚਾਪ ਅੰਦਰ ਵੜ ਗਏ ਜਾ ਕੇ। ਗੁਰਦੇਵ ਜੀ ਹੱਸ ਪਏ, ਮੁਸਕਰਾ ਪਏ, ਕਹਿੰਦੇ ਲੈ ਗੁਲਾਬਿਆ ਤੂੰ ਡਰੀ ਜਾਂਦਾ ਸੀ, ਇਹ ਤਾਂ ਬਸ ਇੰਨੀਆਂ ਕਾ ਇਹ ਜਿਹੜੀਆਂ ਠੀਕਰੀਆਂ ਨੇ ਇਹਦੇ ਭੁੱਖੇ ਨੇ, ਇਹ ਜਿੰਨੀਆਂ ਇਹਨਾਂ ਨੂੰ ਦੇਈ ਜਾਵਾਂਗੇ ਚੁੱਪ ਕਰਕੇ ਬੈਠੇ ਰਹਿਣਗੇ। ਇਸ ਕਰਕੇ ਤੂੰ ਬੇਫਿਕਰ ਹੋ ਜਾ, ਨਿਸ਼ਚਿੰਤ ਹੋ ਜਾ। ਮਹਾਰਾਜ ਜੀ ਗੁਲਾਬੇ ਨੂੰ ਇਸ ਤਰ੍ਹਾਂ ਹੌਸਲਾ ਦਿੰਦੇ ਹਨ। ਇਤਿਆਦਿਕ ਕਹਿ ਲੋਭ ਦੇ ਰਿਸਤ ਨ ਹੋ ਬਿਨਾਸ਼ੀ। ਉਹਨਾਂ ਨੂੰ ਲਾਲਚ ਦੇ ਕੇ ਮਹਾਰਾਜ ਜੀ ਨੇ ਜਿਹੜਾ ਉਹਨਾਂ ਦਾ ਗੁੱਸਾ ਜਿਹਾ ਸੀ ਨਾ ਉਹ ਸ਼ਾਂਤ ਕਰ ਦਿੱਤਾ। ਘਰ ਮਹਿ ਬਰ ਮਸਲਤ ਕਰੀ ਨਰ ਨਾਰੀ ਨਿਤਰਾਸੀ। ਇਧਰ ਗੁਲਾਬੇ ਤੇ ਪੰਜਾਬੇ ਨੇ ਹੁਣ ਅੰਦਰ ਵੜ ਕੇ ਆਪਣੀਆਂ ਘਰ ਵਾਲੀਆਂ ਨਾਲ, ਇਸਤਰੀਆਂ ਨਾਲ ਜਿਹੜੀਆਂ ਘਰ ਵਾਲੀਆਂ ਸੀ, ਗੱਲਬਾਤ ਕੀਤੀ ਉਹਨਾਂ ਨਾਲ ਵੀ ਕਿੱਦਾਂ ਕਰੀਏ, ਵੀ ਸਾਡੇ ਤਾਂ ਬਹੁਤ ਔਖਾ ਸਮਾਂ ਆ ਗਿਆ। ਏਦਾਂ ਆਪਣੇ ਘਰ 'ਚ ਬੈਠੇ ਅੰਦਰ ਗੱਲਾਂ ਕਰਦੇ ਨੇ। ਬੜੀ ਨਿਸ਼ਾ ਤੇ ਆਜ ਉੱਠ ਗੁਰ ਰੁਖ ਸਦ ਕੀਜੈ। ਹੁਣ ਅੱਗੋਂ ਘਰ ਵਾਲੀਆਂ ਵੀ ਕਹਿੰਦੀਆਂ ਇਹਨਾਂ ਦੀਆਂ, ਕਹਿੰਦੀਆਂ ਪਤੀ ਦੇਵ ਜੀ ਸਵੇਰੇ ਅੰਮ੍ਰਿਤ ਵੇਲਾ ਹੋਣ ਤੋਂ ਪਹਿਲਾਂ ਪਹਿਲਾਂ ਹੀ ਦਿਨ ਚੜੇ, ਅੰਮ੍ਰਿਤ ਵੇਲਾ ਹੋਵੇ ਉਦੋਂ ਹੀ ਗੁਰੂ ਸਾਹਿਬ ਨੂੰ ਜਾ ਕੇ ਕੋਈ ਮਾੜੀ ਮੋਟੀ ਦਾਨ ਦਕਸ਼ਣਾ ਦਿਓ ਤੇ ਵਿਦਾ ਕਰੋ ਇੱਥੋਂ। ਆ ਸਮਾਂ ਸੀ। ਇਸ ਸਮੇਂ ਵਿੱਚ ਵੀ ਮੇਰੇ ਸਾਹਿਬ ਕਿਤਨੇ ਅਡੋਲ ਨੇ। ਆਪਣੇ ਘਰ ਦਾ ਮਸੰਦ ਸਿੱਖ ਹੈ ਗੁਲਾਬਾ, ਤੇ ਵਿਰਤੀ ਕਿੱਥੇ ਹੈ? ਇਹ ਕੋਈ ਨੇ ਜਿਹੜੇ ਚਮਕੌਰ ਦੀ ਗੜੀ 'ਚ ਹੱਸ-ਹੱਸ ਸ਼ਹੀਦੀਆਂ ਪਾ ਗਏ ਨੇ, ਤੇ ਉਹ ਵੀ 3 ਨਾਲ ਨੇ ਜਿਹੜੇ ਮਰਨ ਵਾਸਤੇ ਤਿਆਰ ਬਰ ਤਿਆਰ ਖੜੇ ਨੇ। ਤੇ ਇੱਕ ਇਹ ਵੀ ਹੈ ਕਿ ਘਰ ਵਿੱਚ ਰੱਖਣ ਵਾਸਤੇ ਵੀ ਮਨ 'ਚ ਭੈ ਭੀਤ ਹੈ ਤੇ ਡਰਿਆ ਹੋਇਆ। ਹਾਲਾਂਕਿ ਵਿਖਾ ਵੀ ਦਿੱਤੀ ਸਾਰੀ ਲੀਲਾ ਸਤਿਗੁਰਾਂ ਨੇ। ਇਹ ਗੁਲਾਬਿਆ ਤੈਨੂੰ ਡਰਨ ਦੀ ਲੋੜ ਨਹੀਂ, ਇਹ ਜਿਹੜੇ ਕਾਜੀ ਕੂਜੀ ਜੇ ਨੇ ਆਲੇ ਦੁਆਲੇ ਤਾਂ ਛਿਲੜਾਂ ਦੇ ਭੁੱਖੇ ਨੇ, ਰੌਲਾ ਪਾਣਗੇ, ਆ ਕੇ ਆਪੇ ਹੀ ਆਖਣਗੇ ਜੀ ਸਾਨੂੰ ਕੁਝ ਦਿਓ। ਥੋੜੇ ਦਿਨ ਮਹਾਰਾਜ ਜੀ ਇੱਥੇ ਕੱਟ ਸਕਦੇ ਸੀ, ਇਹਨੇ ਨੂੰ ਫੌਜਾਂ ਉੱਥੋਂ ਦੁਸ਼ਮਣਾਂ ਦੀਆਂ ਤਿੱਤਰ ਬਿੱਤਰ ਹੋ ਜਾਣੀਆਂ ਸੀ। ਗੁਰੂ ਪਾਤਸ਼ਾਹ ਜੀ ਇਹ ਨੀਤੀ ਵਰਤ ਰਹੇ ਸੀ, ਪਰ ਗੁਲਾਬੇ ਨੇ ਸਾਥ ਨਹੀਂ ਦਿੱਤਾ। ਇਹ ਆਪਣੀਆਂ ਘਰ ਵਾਲੀਆਂ ਨਾਲ ਅੰਦਰ ਬਹਿ ਕੇ ਗੱਲਾਂ ਕਰਦੇ, ਤੇ ਗੱਲਾਂ ਕਰਦਿਆਂ ਕਹਿੰਦੇ ਅੱਜ ਸਵੇਰੇ ਹੀ, ਰਾਤ ਨੂੰ ਇਹ ਸਾਰਾ ਕੁਝ ਹੋਇਆ,
ਕਹਿੰਦੇ ਅੱਜ ਸਵੇਰੇ ਹੀ ਵੱਡੀ ਨਿਸ਼ਾ ਯਾਨੀ ਕਿ ਅੰਮ੍ਰਿਤ ਵੇਲੇ ਗੁਰੂ ਜੀ ਨੂੰ ਭੇਟਾ ਦੇ ਕੇ ਰੁਖਸਤ ਕਰ ਦਿਓ। ਛਪੇ ਰਹਿ ਨਹਿ ਡਰ ਰਹਿ ਤੁਮ ਆਪ ਬਚੀ ਗਏ। ਕਹਿੰਦੇ ਵੀ ਗੁਰੂ ਜੀ ਨਾ ਤਾਂ ਛੁਪ ਕੇ ਰਹਿਣ ਵਾਲੇ ਨੇ ਤੇ ਨਾ ਹੀ ਡਰ ਕੇ ਰਹਿਣ ਵਾਲੇ ਨੇ, ਇਸ ਕਰਕੇ ਆਪਣਾ ਬਚਾਅ ਆਪੇ ਹੀ ਕਰ ਲਓ। ਕਿਉਂਕਿ ਗੁਰੂ ਜੀ ਅੱਜ ਆਏ ਨੇ, ਵੇਖੋ ਅੱਜ ਉਹਨਾਂ ਨੇ ਕੀ ਕੀਤਾ। ਤੇ ਇਹਨਾਂ ਨੇ ਨਾ ਛੁਪ ਕੇ ਰਹਿਣਾ ਤੇ ਨਾ ਡਰ ਕੇ ਰਹਿਣਾ, ਇਸ ਕਰਕੇ ਤੁਸੀਂ ਆਪ ਹੀ ਆਪਣਾ ਬਚਾਅ ਕਰ ਲਵੋ। ਇਤਿਆਦਿਕ ਗਿਣਤੀ ਗਿਨੀ ਸਭ ਧੀਰਜ ਖੋਈ। ਏਦਾਂ ਬੜੀਆਂ ਗਿਣਤੀਆਂ ਗਿਣੀਆਂ ਇਹਨਾਂ, ਰਾਤ ਨੂੰ ਧੀਰਜ ਨਹੀਂ ਇਹਨਾਂ ਦੇ ਮਨ 'ਚ, ਹੌਸਲਾ ਨਹੀਂ ਹੈ ਕਿ ਸੋਚਦੇ ਨੇ ਖਬਰੇ ਕੀ ਹੋ ਜਾਏਗਾ। ਦੇਤ ਕਸੌਟੀ ਗੁਰੂ ਜੀ ਸਹਿ ਸਕੈ ਨ ਕੋਈ। ਜਦੋਂ ਸਤਿਗੁਰੂ ਕਸੌਟੀ ਦਿੰਦੇ ਨੇ ਨਾ, ਉਦੋਂ ਫਿਰ ਵਿਰਲਾ ਹੀ ਕੋਈ ਮਰ ਜੀਵੜਾ ਜਿਹੜਾ ਉਸ ਕਸੌਟੀ ਤੇ ਖਰਾ ਉਤਰਦਾ। ਨਹੀਂ ਤਾਂ ਏਦਾਂ ਦੇ ਕੱਚੇ ਪਿੱਲੇ ਡੋਲਦਿਆਂ ਦੇਰੀ ਨਹੀਂ ਲਾਉਂਦੇ। ਇਹ ਸਤਿਗੁਰਾਂ ਦੀ ਕਸਵੱਟੀ ਸੀ ਗੁਰੂ ਖਾਲਸਾ ਜੀ, ਝੂਠੇ ਨਹੀਂ ਟਿਕਦੇ, ਇਹ ਝੂਠੇ ਨਹੀਂ ਟਿਕ ਸਕਦੇ। ਕਬੀਰ ਕਸੌਟੀ RAM ਕੀ ਝੂਠਾ ਟਿਕੈ ਨਾ ਕੋਏ। ਝੂਠਾ ਨਹੀਂ ਟਿਕ ਸਕਦਾ। RAM ਕਸੌਟੀ ਸੋ ਸਹਿ ਜੋ ਮਰ ਜੀਵਾ ਹੋਏ। ਇਹ ਤਾਂ ਮਰ ਜੀਵੜੇ ਹੀ ਕਸਵੱਟੀਆਂ ਤੇ ਖਰੇ ਉਤਰਦੇ ਐ। ਸਾਡੇ ਲਈ ਇਹ ਗੱਲਾਂ ਬੜੀਆਂ ਕਹਿਣੀਆਂ ਸੁਖਾਲੀਆਂ ਨੇ, ਸੁਣਨੀਆਂ ਸੁਖਾਲੀਆਂ। ਅਸੀਂ ਗੁਲਾਬੇ ਨੂੰ ਭਵੇਂ ਮੰਦਾ ਕਹੀਏ, ਪਰ ਜੇ ਕਿਤੇ ਅਸੀਂ ਆਪਣੇ ਆਪ ਨੂੰ ਉਹਨਾਂ ਦਿਨਾਂ 'ਚ ਗੁਲਾਬੇ ਦੀ ਥਾਂ ਤੇ ਰੱਖ ਕੇ ਵੇਖੀਏ ਤੇ ਤੁਸੀਂ ਆਪ ਅੰਦਾਜ਼ਾ ਲਾ ਲਓ ਵੀ ਅਸੀਂ ਕਿੰਨੇ ਕੁ ਖਰੇ ਉਤਰਨਾ ਸੀ। ਮਾਫ ਕਰਨਾ, ਆਪਾਂ ਇਹ ਅੰਦਰ ਵਿਚਾਰ ਤੇ ਕਰਕੇ ਵੇਖੀਏ ਵੀ ਜੇ ਅਸੀਂ ਗੁਲਾਬੇ ਦੀ ਥਾਂ ਤੇ ਹੁੰਦੇ, ਉਦੋਂ ਉਧਰ ਦੁਸ਼ਮਣਾਂ ਦੀ ਫੌਜ ਹੁੰਦੀ ਚਾਰੇ ਪਾਸੇ। ਅਸੀਂ ਤਾਂ ਅੱਜ ਵੀ ਵੇਖ ਕੇ ਕੋਈ ਸਿੱਖ ਦੀ ਲੜਾਈ ਹੋ ਜੇ, ਕਿਤੇ ਝਗੜਾ ਹੋ ਜੇ, ਕਹਿੰਦੇ ਤੂੰ ਆਪਣੀ ਆਪ ਭੁਗਤ, ਸਾਨੂੰ ਨਾ ਵਿੱਚ ਲੈ, ਕਿਨਾਰਾ ਕਰ ਲੈਦੇ ਆ ਨਾ। ਹਾਂ, ਜੋ ਝਗੜਾ ਕਿਸੇ ਆਪਣੇ ਸਵੈ ਧਰਮ ਦੀ ਰਾਖੀ ਵਾਸਤੇ, ਇਹ ਨਹੀਂ ਵੀ ਰਾਹ ਜਾਂਦਿਆਂ ਉਦਾਂ ਹੀ ਲੜ ਪਏ। ਜੇ ਉਹ ਮੰਨ ਲਓ ਕਿਸੇ ਮੁੱਦੇ ਦੇ ਉੱਤੇ ਲੜ ਰਿਹਾ ਤਾਂ ਸਾਡਾ ਫਰਜ਼ ਬਣਦਾ ਮੂਹਰੇ ਹੋ ਕੇ ਉਹਦੇ ਨਾਲ ਸਾਥ ਦੇਣਾ, ਪਰ ਐਸਾ ਵੇਖਣ ਨੂੰ ਬਹੁਤ ਘੱਟ ਮਿਲਦਾ ਹੈ। ਗੁਲਾਬੇ ਨੂੰ ਭਾਵੇਂ ਅਸੀਂ ਅੱਜ ਭੰਡ ਲਵਾਂਗੇ, ਪਰ ਅੱਜ ਵੀ ਗੁਲਾਬੇ ਬੜੇ ਨੇ ਗੁਰੂ ਖਾਲਸਾ ਜੀ। ਗੁਲਾਬੇ ਨੇ ਤਾਂ ਫਿਰ ਵੀ ਹੌਸਲਾ ਕੀਤਾ, ਸੇਵਾ ਕੀਤੀ, ਮਹਾਰਾਜ ਜੀ ਨੂੰ ਘਰ ਇੱਕ ਅੱਧਾ ਦਿਨ ਤਾਂ ਰੱਖਿਆ ਹੀ ਨਾ, 2 ਰਾਤਾਂ। ਤੀਜੇ ਦਿਨ ਹੀ ਮਹਾਰਾਜ ਜੀ ਨੂੰ ਕਿਹਾ ਜਾਣ ਨੂੰ, 2 ਰਾਤਾਂ ਤਾਂ ਰੱਖਿਆ ਹੀ ਸੀ ਨਾ ਘਰ। ਉਹ ਤਾਂ ਫਿਰ ਸਾਡੇ ਨਾਲੋਂ ਕੁਝ ਗੁਣਾ ਅੱਗੇ ਹੋਣਾ। ਤੋ ਗੁਲਾਬੇ ਨੇ ਤੇ ਘਰ ਵਾਲੀਆਂ ਨਾਲ ਰਲ ਵਿੜ ਕੇ, ਪੰਜਾਬਾ ਇਹਦਾ ਭਰਾ ਸੀ, ਗੱਲਬਾਤ ਮਸਲਤ ਕੀਤੀ। ਗੁਰ ਪ੍ਰਸਾਦ ਛਕ ਲੀਨ ਤਬ ਜਲ ਪਾਨ ਪਖਾਰੇ। ਇੱਧਰ ਸਤਿਗੁਰੂ ਜੀ ਨੇ ਲੰਗਰ ਪ੍ਰਸ਼ਾਦਾ ਛਕ ਕੇ ਹੱਥ ਪੈਰ ਧੋਏ। ਫਿਰ ਪਰਿਅੰਕ ਪਰ ਗੁਰ ਭਏ ਕਿਸ ਤਰਾਸ ਨ ਤਾਰੇ। ਸਤਿਗੁਰੂ ਜੀ ਪਲੰਗੇ ਤੇ ਨਡਾਰ ਹੋ ਕੇ ਬਿਰਾਜ ਗਏ, ਜਿਨ੍ਹਾਂ ਨੂੰ ਕੋਈ ਡਰ ਨਹੀਂ ਹੈ ਕਿਸੇ ਦਾ, ਕੋਈ ਖੌਫ ਨਹੀਂ। ਲੱਖਾਂ ਫੌਜਾਂ ਫਿਰਦੀਆਂ ਨੇ ਚਾਰੇ ਪਾਸੇ, ਖੌਫ ਨਹੀਂ ਹੈ ਕੋਈ। ਨਡਾਰ ਹੋ ਕੇ, ਨਿਰਖੌਫ ਹੋ ਕੇ ਗੁਲਾਬੇ ਹੋਣੀ ਡਰੇ ਫਿਰਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨਡਰ ਹੋ ਕੇ, ਨਿਰਭਉ ਹੋ ਕੇ ਪਲੰਗੇ ਤੇ ਸੁਖਾਸਣਾ ਤੇ ਬਿਰਾਜਮਾਨ ਹਨ। ਦੋਹਰਾ ਪਸਰੀ ਸੇਨਾ ਤੁਰਕ ਕੀ ਚੌ ਦਿਸ਼ ਮਹਿਪੁਰ ਗ੍ਰਾਮ। ਤੁਰਕਾਂ ਦੀ ਸੈਨਾ ਚਾਰੇ ਪਾਸੇ ਨਗਰਾਂ ਵਿੱਚ, ਗ੍ਰਾਮਾਂ ਵਿੱਚ, ਸ਼ਹਿਰਾਂ ਵਿੱਚ ਪਸਰੀ ਹੋਈ ਹੈ। ਗੁਰੂ ਸਾਹਿਬ ਜੀ ਦੀ ਭਾਲ ਕਰ ਰਹੇ ਹਨ। 10,000 ਪਹੁੰਚਿਓ ਇਤੇ ਗੁਰ ਖੋਜਨ ਕੇ ਕਾਮ। ਤਕਰੀਬਨ 10,000 ਫੌਜ ਇੱਧਰ ਆ ਪਹੁੰਚੀ ਮਾਛੀਵਾੜੇ ਦੇ ਇਲਾਕੇ 'ਚ ਗੁਰੂ ਸਾਹਿਬ ਨੂੰ ਲੱਭਣ ਲਈ। 10,000 ਫੌਜ ਤਾਂ ਇੱਧਰ ਹੀ ਆ ਗਈ ਆ ਲੱਭਣ ਵਾਸਤੇ, ਭਾਲਣ ਵਾਸਤੇ, ਸਤਿਗੁਰਾਂ ਦੀ ਭਾਲ ਕਰਨ ਲਈ। ਬਾਕੀ ਹੋਰ ਫੌਜਾਂ ਵੀ ਸੱਜੇ ਖੱਬੇ ਫਿਰਦੀਆਂ ਨੇ, ਪਰ ਜਿਵੇਂ ਜਿਵੇਂ ਕਿਸੇ ਨੂੰ ਕਨਸੋ ਮਿਲੀ ਕਿ ਗੁਰੂ ਸਾਹਿਬ ਇੱਧਰ ਮਾਛੀਵਾੜੇ ਨੂੰ ਗਏ ਨੇ, ਤਾਂ 10,000 ਫੌਜ ਮਾਛੀਵਾੜੇ ਦੇ ਇਲਾਕੇ 'ਚ ਫਿਰਦੀ ਹੈ ਕਲਗੀਧਰ ਜੀ ਦੀ ਭਾਲ ਕਰਨ ਲਈ। ਮਹਾਰਾਜ ਜੀ ਦੀ ਦਲੇਰੀ ਵੇਖੋ ਕਿ ਕਿਵੇਂ ਉਹਨਾਂ ਦੁਸ਼ਮਣਾਂ ਦੀਆਂ ਅੱਖਾਂ 'ਚ ਘੱਟਾ ਪਾ ਕੇ ਸਤਿਗੁਰੂ ਜੀ ਇੱਥੋਂ ਨਿਕਲ ਰਹੇ ਨੇ।
ਕਿੱਡੇ ਪਿਆਰੇ ਮੁਰੀਦ ਹੋਣਗੇ ਗਨੀ ਖਾਂ ਨਬੀ ਖਾਂ ਵਰਗੇ ਜਿਹੜੇ ਸਤਿਗੁਰਾਂ ਦੀ ਸੇਵਾ ਕਰ ਰਹੇ ਨੇ। ਆਪਣੇ ਸਿੱਖ ਗੁਲਾਬੇ ਪੰਜਾਬੇ ਵਰਗੇ ਡੋਲ ਗਏ ਨੇ, ਪਰ ਮੁਰੀਦੀ ਦੇ ਰੰਗ ਚ ਰੰਗੇ ਗਨੀ ਖਾਂ ਤੇ ਨਬੀ ਖਾਂ ਵਰਗੇ ਸੇਵਾ ਕਰਕੇ ਗੁਰੂ ਦੇ ਪੁੱਤਰ ਹੋਣ ਦਾ ਮਾਣ ਪ੍ਰਾਪਤ ਕਰ ਰਹੇ ਨੇ। ਇਹ ਤਾਂ ਭਾਗਾਂ ਦੀ ਖੇਡ ਹੈ ਨਾ, ਵੀ ਕਿਹਦੇ ਭਾਗਾਂ ਚ ਕੀ ਲਿਖਿਆ ਤੇ ਕੀ ਮਿਲਦਾ ਹੈ। ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਗੁਰੂ ਪਾਤਸ਼ਾਹ ਦਾ ਪਾਵਨ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਨਾਨਕਸਰ ਕੁਟੀਆ ਵਿਖੇ ਅੱਜ ਦੇ ਜਿਹੜੇ ਸਮਾਗਮ ਹਨ ਰਾਤ ਦੇ, ਭਾਈ ਗੁਰਸ਼ਰਨ ਸਿੰਘ ਜੀ ਲੁਧਿਆਣੇ ਵਾਲੇ, ਡਾਕਟਰ ਇੰਦਰਪ੍ਰੀਤ ਕੌਰ ਜੀ ਕੀਰਤਨ ਕਰਨਗੇ। ਕੱਲ ਦੇ ਸਮਾਗਮਾਂ ਵਿੱਚ ਭਾਈ ਅਮਨਦੀਪ ਸਿੰਘ ਜੀ, ਮਾਤਾ ਕੌਲਾਂ ਜੀ ਭਲਾਈ ਕੇਂਦਰ ਵਾਲੇ, ਭਾਈ ਤੇਜਿੰਦਰ ਸਿੰਘ ਜੀ ਜਿੰਦੂ ਜੀ, ਸੰਤ ਸੁਖਦੇਵ ਸਿੰਘ ਜੀ ਪੁੱਛੋਂ ਵਾਲੇ, ਸੰਤ ਭੁਪਿੰਦਰ ਸਿੰਘ ਜੀ ਅਰਾੜਾ ਸਾਹਿਬ ਜਰਗ ਵਾਲੇ, ਭਾਈ ਸਿਮਰਤ ਸਿੰਘ ਜੀ ਹਾਜ਼ਰੀਆਂ ਭਰਨਗੇ। ਆਪ ਜੀ ਨੇ ਗੁਰੂ ਜੀ ਸਰਵਣ ਕਰਨਾ ਜੀ। ਵਾਹਿਗੁਰੂ 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 ਹੈ ਅਚੁੱਤ ਹੈ ਪਾਰ ਬ੍ਰਹਮ ਅਬਨਾਸੀ ਅਗਨਾਸ ਹੈ ਪੁਰਨ ਹੈ ਸਰਬ ਮੈਂ ਦੁਖ ਭੰਜਨ ਗੁਣਤਾਸ ਸੰਗੀ ਹੈ ਨਿਰੰਕਾਰ ਨਿਰਗੁਣ ਸਭ ਟੇਕ ਹੈ ਗੋਬਿੰਦ ਹੈ ਗੁਣ ਨਿਧਾਨ ਜਾ ਕੈ ਸਦਾ ਵਿਵੇਕ ਹੈ ਪਰੰਪਰ ਹਰ ਹਰੇ ਐਪੀ ਹੋਵਨ ਹਾਰ ਹੈ ਸੰਤਹ ਕੈ ਸਦਾ ਸੰਗ ਧਾਰਾ ਆਧਾਰ ਹੈ ਠਾਕੁਰ ਹਾਂ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਏ ਨਾਨਕ ਦੀਜੈ ਨਾਮ ਦਾਨ ਰਾਖੋ ਹੀਐ ਪਰੋਏ ਆਏ ਪ੍ਰਭ ਸ਼ਰਣਾਗਤੀ ਕਿਰਪਾ ਨਿਧ ਦਇਆਲ ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਪਾਰ ਜੋ ਸ਼ਰਦਾ ਕਰ ਸੇਵੰਦੇ ਪਾਰ ਉਤਾਰਨ ਹਾਰ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਪਾਰ ਜੋ ਸ਼ਰਦਾ ਕਰ ਸੇਵੰਦੇ ਗੁਰ ਪਾਰ ਉਤਾਰਨ ਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।